गड़िया ने फसल खराब करती 2018 च फिर गाइयां आउण लग गईयां। गाइयां 12 तो आके उन्हें अक के आके आपदी 2018 6 जनवरी 2018 ਨੂੰ ਉਹਨੇ ਆਪਦੀ ਮੌਤ ਕਰ ਲਈ। ਜੇ ਉਹ ਤੋਂ ਬਾਅਦ ਫਿਰ ਮੇਰਾ ਜਿਹੜਾ ਛੋਟਾ ਪੁੱਤ ਆ ਉਹ ਮੁੱਕਿਆ। ਛੋਟੇ ਪੁੱਤ ਤੋਂ ਬਾਅਦ ਫਿਰ ਕੁਲਵੰਤ ਮੁੱਕਿਆ। ਉਹਦੇ ਨਾਲ ਜਗਤਾਰ ਸੀ ਜਿਹੜਾ ਛੋਟਾ ਮੁੱਕਿਆ। ਤੇ ਉਹ ਤੋਂ ਬਾਅਦ ਇਹ ਲਵਪ੍ਰੀਤ ਮੁੱਕਿਆ। ਉਹ ਤੋਂ ਬਾਅਦ ਵੀ ਬਸ ਉਹਨੇ ਮੇਰਾ ਝੋਨਾ ਲਾਇਆ ਸੀ, ਜਾ ਕੇ ਉਹਨੇ ਇੱਥੇ ਘਰੋਂ ਰੋਟੀ ਖਾ ਲਈ। ਰੋਟੀ ਖਾ ਕੇ ਫਿਰ ਉਹਨੇ ਖੇਤ ਜਾ ਕੇ ਸਪਰੇਅ ਪੀਤੀ ਆ। 5 ਮੈਂ ਤਾਂ ਮਰਿਆ ਤੋਂ ਪੁੱਤ ਪੈੜੀ ਹੈ। ਇੱਕ ਆ ਜੀ ਕਰਦਾ ਵੀ ਆਪਦੀ ਆਪ ਜਾਨ ਨਹੀਂ ਨਿਕਲਦੀ। ਕਿੰਨੀ ਉਮਰ ਸੀ ਬੇਟੇ ਦੀ? 20 ਸਾਲ 40 ਦਿਨਾਂ ਦੀ। 21ਵਾਂ ਸਾਲ ਲੱਗ ਗਿਆ ਸੀ। ਇਹ ਛੋਟੇ ਛੋਟੇ ਸੀ ਜਦੋਂ ਮੇਰੇ ਪਤੀ ਦੀ ਮੌਤ ਹੋਈ। ਤੇ ਮੇਰੀ ਸੱਸ ਸੀਗੀ, ਅਸੀਂ ਸੱਸ ਨੂੰ ਨੇ ਪਾਲੀ ਸੀ। ਤੇ ਪਰਿਵਾਰ ਦੇ ਵਿੱਚ ਜੀ ਕਿਹਦੀ ਮੌਤ ਹੋਈ? ਬੇਟੇ ਦੀ ਹੋਈ ਆ, ਤੁਹਾਡੇ ਪਤੀ ਦੀ ਹੋਈ ਆ, ਸਹੁਰੇ ਦੀ ਹੋਈ, ਇਸ ਤੋਂ ਇਲਾਵਾ ਹੋਰ ਕਿੰਨੀ ਖੁਦਕੁਸ਼ੀ ਕੀਤੀ? ਪਤਿਆਉਰੇ ਨੇ ਵੀ ਕਰੀ ਹੈ ਵੀਰ ਜੀ, ਮੇਰੇ ਗਾਂ ਦਾਦ ਸਹੁਰੇ ਨੇ ਵੀ ਕਰੀ ਹੈ ਤੇ ਮੇਰੇ ਸਹੁਰੇ ਨੇ ਵੀ ਕਰੀ। ਫਿਰ ਮੇਰੇ ਘਰ ਵਾਲੇ ਨੇ, ਫਿਰ ਮੇਰੇ ਬੇਟੇ ਨੇ। ਜਾਂਦੀ ਮੇਰੇ ਘਰ ਵਾਲੇ ਤੇ ਬੇਟੇ ਦਾ ਤਾਂ 16 ਮਹੀਨਿਆਂ ਦਾ ਹੀ ਸਾਨੂੰ ਆਹ ਜਾਂ ਕਈ ਵਾਰ ਤਾਂ ਜੀ ਕਰਦਾ ਵੀ ਇੱਥੇ ਤਾਂ ਕੁਛ ਖਾ ਕੇ ਮੁੱਕ ਜਾ। ਆਪਦੇ ਮਨ ਨੂੰ ਇੰਨੀ ਖਾਈ ਆਉਂਦੀ ਹੈ। ਜਦੋਂ ਮੈਂ 4 ਸਵੇਰੇ ਚਾਹ ਕੰਨੀਆਂ ਰਾਹ ਬੰਨੀ ਖੇਤਾਂ ਮੇਰਾ ਰਾਹ ਬੰਦ ਹੋ ਗਿਆ ਸੀ ਬੇਟਾ ਆਈਲੈਟਸ ਕਰਨ। ਫਿਰ ਕੋਲੇ ਵੀਰੇ ਪੈਸਾ ਨਹੀਂ ਸੀਗਾ। ਫਿਰ ਬੇਟੇ ਨੇ ਆਪਦਾ ਹੌਸਲਾ ਸਿੱਟਿਆ, ਕਹਿੰਦਾ ਮਾਂ ਵੀ ਆਪਣੇ ਕੋਲ ਪੈਸੇ ਨਹੀਂ, ਜੇ ਬੈਂਡ ਆ ਗਏ, ਜੇ ਨਾ ਆਏ ਤਾਂ ਵੀ ਆਪਾਂ 60-70 ਹਜ਼ਾਰ ਥੱਲੇ ਆ ਜਾਵਾਂਗੇ। ਉਦੋਂ ਭਾਈ ਸੀਗੇ 20 ਕਿੱਲੇ ਕਿਤੇ ਨੂੰ ਕਹਿੰਦੀ ਆ, ਜਿਹੜੇ ਮੇਰੇ ਦਿਓਰ ਸੀ ਤੇ ਮੇਰੇ ਘਰ ਵਾਲਿਆਂ ਨੂੰ ਇਹਨਾਂ ਨੂੰ 10-10 ਕਿੱਲੇ ਆਉਂਦੇ ਸੀ। ਕਹਿੰਦਾ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਵੀ ਜਿਹੜੀ ਪੈੜੀ ਆ ਆਪਾਂ ਇੰਨੀ ਕੇ ਵੇਚ ਕੇ ਤੈਨੂੰ ਮੈਂ ਤੋਰ ਦੂੰ। ਕਹਿੰਦਾ ਨਾ ਮਾਂ, ਕਹਿੰਦਾ ਪਿਓ ਮਰੇ ਤੋਂ ਵੀ ਇਹ ਵੇਚ। ਫਿਰ ਘਰੇ ਕੁੜੀ ਵਿਆਹੁਣ ਵਾਲੀ ਸੀ ਵੀਰਾ। ਹੁਣ ਉਦੋਂ ਬਾਅਦ ਜਦੋਂ ਭਾਈ ਕਰਜ਼ਾ ਕਹਿੰਦੇ ਹੁੰਦੇ ਆ ਉੱਤੇ ਸਿਰ ਪਈ ਗਿਆ, ਜਵਾਕ ਜ਼ਮੀਨ ਵੇਚੀ ਗਈ। ਮੈਨੂੰ ਬੇਟੇ ਦੀ ਤੇ ਮੇਰੇ ਤੇ ਉਮੀਦ ਸੀ ਵੀਰਾ, ਮੈਨੂੰ ਇਹ ਉਮੀਦ ਨਹੀਂ ਸੀ ਮੇਰਾ ਬੇਟਾ ਐ ਕਰੂਗਾ। ਮਾਤਾ ਕਹਿੰਦੇ ਸਰਕਾਰਾਂ ਕਰਜ਼ਾ ਮਾਫ ਕਰ ਦਿੰਦੀਆਂ, ਸਰਕਾਰਾਂ ਕਰਜ਼ਾ ਲਾਹ ਦਿੰਦੀਆਂ, ਮੁਆਵਜ਼ਾ ਦਿੰਦੀਆਂ। ਜਦੋਂ ਕੋਈ ਖੁਦਕੁਸ਼ੀ ਕਰ ਦਿੰਦਾ ਤੁਹਾਨੂੰ ਕਿੰਨਾ ਕੁ ਮੁਆਵਜ਼ਾ ਮਿਲਿਆ? ਸਾਨੂੰ ਤਾਂ ਡਕਾ ਨਹੀਂ ਪੁੱਤ ਮੇਰਾ ਮਿਲਿਆ। ਬੈਂਕਾਂ ਵਿੱਚ ਜਿਹੜੀਆਂ ਰੇਹ ਦੇ ਪੈਸੇ ਭਰੇ ਆ, ਜਿਹੜੀਆਂ ਲਿਫਟਾਂ ਕਰਾਉਂਦੇ ਸੀ ਉਹਦੇ ਵੀ ਭਰੇ ਆ, ਸਭ ਕੁਛ ਭਰਿਆ। 30 ਲੱਖ ਰੁਪਏ ਦੀ ਲਿਫਟ ਆ ਜਿਹੜੀ, ਉਹ ਵੀ ਮਾਫ ਨਹੀਂ ਹੋਈ। ਇੱਕ ਕਿੱਲੇ ਵਾਲੇ ਦੀ 10-10 ਕਿੱਲੇ ਵਾਲਿਆਂ ਦੀਆਂ ਲਿਫਟਾਂ ਮਾਫ ਹੋ ਗਈਆਂ। ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ, ਜਿੱਥੇ ਕਿਹਾ ਜਾਂਦਾ ਹੈ ਸਾਡਾ ਪੰਜਾਬ ਖੇਤੀ ਨਿਰਭਰ ਸੂਬਾ ਹੈ, ਪੰਜਾਬ ਖੁਸ਼ਹਾਲ ਹੈ, ਪੰਜਾਬ ਦਾ ਕਿਸਾਨ ਖੁਸ਼ਹਾਲ ਹੈ। ਕਿਹਾ ਜਾਂਦਾ ਕਿ ਪੰਜਾਬ ਦਾ ਕਿਸਾਨ ਥੋੜ੍ਹਾ ਬੀਜ ਕੇ ਵਧੇਰੀ ਫਸਲ ਆਪਣੀ ਜ਼ਮੀਨ 'ਚੋਂ ਪੈਦਾ ਕਰ ਲੈਂਦਾ ਹੈ। ਕਿਹਾ ਜਾਂਦਾ ਕਿ ਕਿਸਾਨ ਖੇਤੀ 'ਚੋਂ ਬਹੁਤ ਪੈਸੇ ਬਚਾਉਂਦਾ ਹੈ। ਉੱਥੇ ਸਾਡੇ ਕਲਾਕਾਰ ਵੀ ਬਹੁਤ ਸਾਰੇ ਗੀਤ ਗਾਉਂਦੇ ਆ। ਕਲਾਕਾਰ ਕਿਸਾਨਾਂ ਨੂੰ ਵੈਲੀ ਦੱਸਦੇ ਆ, ਬਦਮਾਸ਼ ਦੱਸਦੇ ਆ। ਕਲਾਕਾਰ ਕਹਿੰਦੇ ਆ ਕਿ ਜੱਟ ਉੱਥੇ ਫੈਰ ਕਰਦਾ ਜਿੱਥੇ ਪਾਬੰਦੀ ਹੁੰਦੀ ਹੈ। ਜੱਟਾਂ ਨੂੰ ਹੋਰ ਬੜਾ ਕੁਛ, ਵੈਲੀ, ਬਦਮਾਸ਼, ਹੋਰ ਬੜਾ ਕੁਛ ਦਰਸਾਇਆ ਜਾਂਦਾ ਹੈ। ਪਰ ਅਸੀਂ ਅੱਜ ਇੱਕ ਐਸੇ ਪਰਿਵਾਰ 'ਚ ਬੈਠੇ ਹਾਂ, ਇੱਕ ਐਸੇ ਘਰ 'ਚ ਬੈਠੇ ਹਾਂ ਜਿਸ ਘਰ 'ਚੋਂ 5 ਅਰਥੀਆਂ ਉੱਠੀਆਂ, ਜਿਸ ਘਰ 'ਚੋਂ 5 ਪਰਿਵਾਰ ਦੇ ਜੀਆਂ ਨੇ, 5 ਮਰਦਾਂ ਨੇ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ। ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ। ਸਾਡੇ ਨਿਊਜ਼ ਪੇਪਰਾਂ ਨੇ ਹਰ ਰੋਜ਼ ਨਿਊਜ਼ ਲਾਉਣ ਵਾਸਤੇ ਉਨੇ ਸਪੇਸ ਛੱਡ ਲਈ ਹੈ ਕਿ ਪੰਜਾਬ ਦੇ ਵਿੱਚ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰਦੇ ਆ। ਹਰ ਰੋਜ਼ ਨਿਊਜ਼ ਚੈਨਲਾਂ ਦੀਆਂ ਹੈਡਲਾਈਨਾਂ ਦੇਖਦੇ ਹਾਂ ਕਿ ਫਲਾਨੀ ਜਗ੍ਹਾ ਇੰਨੇ ਕਿਸਾਨ ਖੁਦਕੁਸ਼ੀ ਕਰ ਗਏ, ਕਰਜ਼ੇ ਕਾਰਨ ਖੁਦਕੁਸ਼ੀ ਕਰ ਗਏ। ਅੱਜ ਅਸੀਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੂਤਨਾ 'ਚ ਪਹੁੰਚੇ ਹਾਂ। ਇਸ ਪਰਿਵਾਰ ਦੇ 5 ਜੀ ਕਰਜ਼ੇ ਕਾਰਨ ਖੁਦਕੁਸ਼ੀ ਕਰ ਗਏ। 2019 'ਚ ਸਭ ਤੋਂ ਛੋਟਾ ਬੇਟਾ ਖੁਦਕੁਸ਼ੀ ਕਰ ਗਿਆ, ਲਵਪ੍ਰੀਤ ਸਿੰਘ, 1/9/2019 ਨੂੰ। ਪਰ ਪਿਛਲੇ ਇਸ ਦਾ ਦਾਦਾ, ਪੜਦਾਦਾ, ਬਾਪ ਸਾਰੇ ਖੁਦਕੁਸ਼ੀ ਕਰ ਗਏ ਆ। ਕਾਰਨ ਸੀ ਖੁਦਕੁਸ਼ੀ ਦਾ ਕਰਜ਼ਾ। ਸਾਡੇ ਨਾਲ ਭੈਣ ਹਰਪਾਲ ਕੌਰ ਹੈ, ਲਵਪ੍ਰੀਤ ਦੀ ਮਾਤਾ ਹੈ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਸਰਕਾਰਾਂ ਨੇ ਇਹਨਾਂ ਦੀ ਬਾਂਹ ਫੜੀ। ਇੱਕ ਸਾਡੇ ਸਿਆਸੀ ਲੀਡਰ ਵੱਲੋਂ ਕਿਹਾ ਗਿਆ ਸੀ, ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਦਾ ਕਿਸਾਨ ਜਦੋਂ ਖੁਦਕੁਸ਼ੀ ਕਰਦਾ ਹੈ ਤੇ ਉਸਦੇ ਪਰਿਵਾਰ ਨੂੰ 2 ਲੱਖ ਰੁਪਏ ਮਿਲ ਜਾਂਦਾ, ਮੁਆਵਜ਼ਾ ਮਿਲਦਾ ਹੈ।
ਪਰ ਇਸ ਪਰਿਵਾਰ ਨੂੰ ਕਿੰਨਾ ਕੁ ਮੁਆਵਜ਼ਾ ਮਿਲਿਆ, ਕੀ ਹੋਇਆ, ਕੀ ਇਹਨਾਂ ਦਾ ਜੋ ਕਰਜ਼ਾ ਸੀ, ਜਿਸ ਕਰਜ਼ੇ ਕਾਰਨ ਇਸ ਪਰਿਵਾਰ ਦੇ 5 ਜੀਆਂ ਨੇ ਮੌਤ ਨੂੰ ਗਲੇ ਲਗਾਇਆ, ਕਿ ਉਹਨਾਂ ਦਾ ਕਰਜ਼ਾ ਮਾਫ ਹੋਇਆ, ਕੀ ਉਹਨਾਂ ਨੂੰ ਕੋਈ ਮੁਆਵਜ਼ਾ ਮਿਲਿਆ? ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ੍ਰੀ ਅਕਾਲ ਵੀਰੇ। ਬਹੁਤ ਦੁੱਖ ਹੈ ਭੈਣੇ, ਬਹੁਤ ਅਫਸੋਸ ਹੈ। 5 ਜੀ ਇਸ ਪਰਿਵਾਰ 'ਚ ਤੁਰ ਗਏ। ਹੱਸਦਾ ਖੇਡਦਾ ਪਰਿਵਾਰ ਸੀ, ਬੜਾ ਖੁਸ਼ੀ ਸੀ, ਗਮਗੀਨ ਮਾਹੌਲ ਹੋ ਗਿਆ। ਅਸੀਂ ਲਵਪ੍ਰੀਤ, ਇਸ ਦੇ ਬਾਪ, ਤੁਹਾਡੇ ਹਸਬੈਂਡ, ਇਸ ਦੇ ਦਾਦਾ ਜਾਂ ਪੜਦਾਦਾ ਨੂੰ ਵਾਪਸ ਤਾਂ ਨਹੀਂ ਕਰ ਸਕਦੇ, ਦੁੱਖ ਜ਼ਰੂਰ ਤੁਹਾਡੇ ਨਾਲ ਵੰਡਾ ਸਕਦੇ ਹਾਂ ਔਰ ਤੁਹਾਡੀ ਗੱਲ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਭੈਣੇ, ਕੀ ਕਾਰਨ ਹੋਇਆ ਇਹ ਸਾਰੀਆਂ ਖੁਦਕੁਸ਼ੀਆਂ ਦਾ? ਘਰ ਵਾਲਾ ਤਾਂ ਵੀਰਾ ਮੇਰਾ ਸਾਡੇ ਉਦੋਂ ਵੀਰਾ 2017 ਚ ਗੜੇ ਹੀ ਪਏ ਸੀਗੇ। ਉਹ ਸਾਡੇ ਕੋਲੇ 15 ਕਿੱਲੇ ਵਾਹਣ ਦੇ ਠੇਕੇ ਤੇ ਸੀ ਵੀਰ ਜੀ। ਉਹ ਤੋਂ ਬਾਅਦ ਸਾਡੇ 12 ਗਾਈਆਂ ਆਉਣ ਲੱਗ ਗਈਆਂ। ਉਦੋਂ ਸਾਡੀ ਫਸਲ ਤਬਾਹ ਹੋ ਗਈ ਵੀਰ ਜੀ, ਸਾਰੀ ਵੀਰ ਗਾਈਆਂ ਆਉਣ ਲੱਗੀਆਂ। ਉਦੋਂ ਬਾਅਦ ਉਹ ਆਪਦਾ ਵੀਰਾ ਇਹਦੇ 'ਚ ਰਹਿਣ ਲੱਗ ਗਿਆ, ਐਡਵਾਈਸਰ 'ਚ ਰਹਿਣ ਲੱਗ ਗਿਆ, ਪੂਰਾ ਹੀ ਜਾਂਦੀ। ਘਰ ਵਾਲਾ ਤੁਹਾਡੇ ਕੁਲਵੰਤ ਸਿੰਘ? ਹਾਂ ਵੀਰ ਜੀ। ਉਦੋਂ ਬਾਅਦ ਵੀਰਾ ਉਹ ਆ ਕੇ ਖੇਤੋਂ ਫਿਰ 12 ਗਾਈਆਂ ਤੋਂ ਅੱਕ ਗਿਆ। ਉਹ ਵੇਚਦੀ ਕਣਕ ਫੇਰ ਸਾਰੀ ਖਾ ਜਾਣਗੀਆਂ। ਫਿਰ ਵੀਰਾ ਉਹਨੇ ਆ ਕੇ ਆਪਦੀ ਰਾਤ ਨੂੰ ਸੁੱਤੇ ਪਏ ਨੇ ਖੁਦਕੁਸ਼ੀ ਕਰ ਲਈ। ਤੁਹਾਡੇ ਨਾਲ ਗੱਲਬਾਤ ਹੋਈ ਸੀ? ਕੋਈ ਦੱਸਿਆ ਸੀ ਵੀ ਮੈਂ ਵੀਰ ਜੀ ਮੈਂ ਘਰੋਂ ਰੋਟੀ ਟੁੱਕ ਬੰਨ ਕੇ ਖੇਤ ਨੂੰ ਤੋਰਤਾ ਸੀ। ਖੇਤੋਂ ਆ ਕੇ ਪੈ ਗਿਆ। ਉਹ ਪੈ ਕੇ ਆ ਕੇ ਬਿੱਡਾਂ ਤੋਂ ਤੜਕੇ ਦੇਖਿਆ ਸੀ, ਖੁਦਕੁਸ਼ੀ ਕਰੀਬ ਗਈ ਦੇਖੀ। ਪਹਿਲੇ ਸਾਲ ਜਿਹੜੀ ਗੜਿਆਂ ਨੇ ਫਸਲ ਬਰਬਾਦ ਕਰਤੀ, ਫਿਰ ਅਗਲੇ ਸਾਲ ਗਾਈਆਂ? 17 ਚ ਵੀਰਾ ਗੜਿਆਂ ਨੇ ਫਸਲ ਖਰਾਬ ਕਰਤੀ। 2018 ਚ ਫਿਰ ਗਾਈਆਂ ਆਉਣ ਲੱਗ ਗਈਆਂ। ਗਾਈਆਂ ਵਾਰਾਂ ਤੋਂ ਆ ਕੇ ਉਹਨੇ ਅੱਕ ਕੇ ਆ ਕੇ ਆਪਦੀ 2018 6 ਜਨਵਰੀ 2018 ਨੂੰ ਉਹਨੇ ਆਪਦੀ ਮੌਤ ਕਰ ਲਈ। ਉਦੋਂ ਬਾਅਦ ਵੀਰਾ ਜੀ ਫਿਰ ਮੇਰੇ ਬੇਟੇ ਨੇ ਜਾਂਦੀ ਸਾਰਾ ਬੋਝ ਬੇਟੇ ਤੇ ਆ ਗਿਆ। ਫਸਲ ਫੁਸਲ ਵੇਚੀ ਵੀਰਾ ਸਾਰਾ ਹੀ। ਉਦੋਂ ਬਾਅਦ ਪਿੰਡ ਜਿਹੜੇ 15 ਏਕੜ ਸੀ, ਸਾਰੀ ਫਸਲ ਗੜਿਆਂ ਨੇ ਖਰਾਬ ਕਰਤੀ। ਅਗਲੇ ਵਾਰ ਸਾਰੀ ਦੀ ਸਾਰੀ ਫਸਲ ਗਾਈਆਂ ਨੇ ਖਰਾਬ ਕਰਤੀ। ਹਾਂਜੀ ਹਾਂਜੀ, ਉਹ ਠੇਕਾ ਵੀਰਾ ਮੇਰੇ ਸਿਰ ਪੈ ਗਿਆ ਸੀਗਾ। ਠੇਕਾ ਭਰਨਾ ਪੈ ਗਿਆ? ਹਾਂ ਵੀਰਾ ਠੇਕੇ ਤੇ ਵਾਹਣ ਸੀ, ਆਪਦਾ ਵਾਹਣ ਤਾਂ ਵੀਰਾ ਸਾਡੇ ਕੋਲ 1 ਕਿੱਲਾ ਹੀ ਸੀ। ਤੁਹਾਡੇ ਹਸਬੈਂਡ ਤੋਂ, ਤੁਹਾਡੇ ਪਤੀ ਤੋਂ ਬੋਝ ਨਹੀਂ ਝੱਲਿਆ ਗਿਆ? ਨਾ ਨਾ ਵੀਰ ਜੀ, ਬੋਝ ਹੀ ਵੀਰਾ ਬੱਚੇ ਤੋਂ ਨਹੀਂ ਝੱਲਿਆ ਗਿਆ। ਜਦੋਂ ਪਿਓ ਵਾਲਾ ਉਹ ਕਹਿੰਦੇ ਸੀ ਕਰਜ਼ੇ ਨੂੰ ਮੈਂ ਕੀ ਕਰਾਂ, ਉਹ ਮੈਂ ਕਹਿਣਾ ਕੋਈ ਨਾ ਬੇਟਾ, ਵੀ ਪਿਓ ਵਾਲਾ ਪੁੱਤ ਕਰਜ਼ਾ ਪਾਉਂਦੀ ਹੈ। ਹੁਣ ਇਹਨਾਂ ਦੇ ਵੀ ਆਪਦੇ ਪਿਓ ਵਾਲਾ ਕਰਜ਼ਾ ਇਹਨਾਂ ਨੇ ਚੱਕਿਆ ਵੀਰਾ। ਮੈਂ ਵੀ ਪੁੱਤਾਂ ਨੂੰ ਹੀ ਪੈਂਦਾ ਹੁੰਦਾ ਕਰਜ਼ਾ ਤਾਂ। ਉਦੋਂ ਬਾਅਦ ਵੀਰ ਜੀ ਕੁਛ ਉਹ ਹੋਵੇ, ਕੁਛ ਮੈਂ ਮੇਰੇ ਬੇਟੇ ਨੂੰ ਬਾਹਰ ਠੇਕੇ ਤੇ ਲੈ ਕੇ ਦਿੱਤਾ ਸੀ। ਮੇਰਾ ਬੇਟਾ ਕਹਿੰਦਾ ਸੀ ਮੈਂ ਕੀ ਵਿਹਲਾ ਫਿਰੂੰਗਾ, ਲੋਕਾਂ ਦੇ ਕੰਮ ਕਰਾਉਂਦਾ। ਮੈਂ ਕੰਮ ਕਰੂੰਗਾ। ਮੈਂ 6 ਕਿੱਲੇ ਬੇਟੇ ਨੂੰ ਠੇਕੇ ਤੇ ਲੈ ਕੇ ਦਿੱਤੇ ਆਪਦੇ ਨੂੰ। ਉੱਥੋਂ ਬਾਅਦ ਵੀਰਾ ਜੀ ਝੋਨਾ ਲਾਇਆ ਜੀ। ਝੋਨਾ ਲਾ ਕੇ ਬਸ ਅਚਾਨਕ ਮੇਰਾ ਬੇਟਾ, ਉਹਦਾ ਸਿਰ ਦੁਖਦਾ ਕਹਿੰਦਾ ਹੁੰਦਾ ਸੀ, ਮਾਂ ਮੇਰਾ ਸਿਰ ਦੁਖਦਾ। ਵੀ ਮੈਨੂੰ ਐ ਨਹੀਂ ਸੀ ਪਤਾ ਵੀ ਮੇਰੇ ਬੇਟੇ ਦਾ ਸਿਰ ਕਿਉਂ ਦੁਖਦਾ, ਮੈਨੂੰ ਵੀ ਐ ਨਹੀਂ ਸੀ ਪਤਾ। ਹੁਣ ਮੈਨੂੰ ਕਹਿੰਦੇ ਵੀ ਤੇਰਾ ਬੇਟਾ ਟੈਕਸ਼ਨ ਲੈਂਦਾ ਸੀ। ਬਸ ਉਹਨੇ ਕਹਿਣਾ ਮਾਂ ਮੇਰਾ ਸਿਰ ਦੁਖਦਾ, ਜਦੋਂ ਆਉਣਾ ਉਹਨੇ ਚੁੱਪ ਕਰਕੇ ਪੈ ਜਾਣਾ ਅੰਦਰ ਵੜ ਕੇ। ਮੈਂ ਕਹਿੰਦਾ ਵੀ ਲਵੀ ਤੂੰ ਗੋਲੀ ਲੈ ਲਾ, ਸਿਰ ਦੁਖਦੇ ਸੀ। ਕਹਿੰਦਾ ਮਾਂ ਕੋਈ ਨਹੀਂ, ਮੈਂ ਗੋਲੀ ਲੈ ਲੈਣਾ। ਉਦੋਂ ਬਾਅਦ ਵੀ ਬਸ ਉਹਨੇ ਵੀਰਾ ਝੋਨਾ ਲਾਇਆ ਸੀ। ਜਾ ਕੇ ਉਹਨੇ ਇੱਥੇ ਘਰੋਂ ਰੋਟੀ ਖਾ ਲਈ। ਰੋਟੀ ਖਾ ਕੇ ਫਿਰ ਉਹਨੇ ਖੇਤ ਜਾ ਕੇ ਸਪਰੇਅ ਪੀਤੀ ਆ। ਸਪਰੇਅ ਪੀ ਲਈ, ਬੋਝ ਨਹੀਂ ਝੱਲਿਆ ਗਿਆ ਮਾਤਾ। ਇਹ ਭੈਣੇ ਜਿਹੜਾ ਸੀਗਾ ਵੀਰ ਜੀ ਮੈਨੂੰ ਉਹਨੇ ਫੋਨ ਲਾਤਾ, ਮਾਂ ਮੇਰੇ ਭਾਣਜੇ ਨੂੰ ਵੀ ਮੈਂ ਸਪਰੇਅ ਪੀ ਲਈ, ਮੈਨੂੰ ਚੱਕ ਲਓ। ਫਿਰ ਵੀਰਾ ਮੈਂ ਲੈ ਕੇ ਇੱਥੋਂ ਬੇਟੇ ਨੂੰ ਆਪਦੇ ਨੂੰ ਬਰਨਾਲੇ ਗਈ। ਬਰਨਾਲੇ ਤੋਂ ਮੈਂ ਲੁਧਿਆਣੇ ਲੈ ਕੇ ਗਈ ਹਸਪਤਾਲ 'ਚ। ਫਿਰ ਉੱਥੇ ਹੀ 2 ਦਿਨ ਰੱਖਿਆ ਵੀਰਾ। ਸਪਰੇਅ ਪੀਣ ਦਾ ਕਾਰਨ ਵੀ ਤੂੰ 6 ਕਿੱਲੇ ਜ਼ਮੀਨ ਲੈ ਲਈ ਸੀ, ਹਲੇ ਫਸਲ ਹੋਣੀ ਸੀ ਕਿਹੜੀ ਸੀ ਵੀਰਾ? ਫਸਲ ਤਾਂ ਮਗਰੋਂ ਤਾਂ ਮੇਰੀ ਫਸਲ ਵੀ ਖਰਾਬ ਹੋ ਗਈ ਵੀਰਾ। ਸਾਰਾ ਹੀ ਬਹੁਤ ਸੋਹਣਾ ਝੋਨਾ ਸੀ, ਮਗਰੋਂ ਤਾਂ ਸਾਜ ਹੀ ਬਣ ਗਈ ਸਾਰ ਕੋਈ, ਪਾਣੀ ਨਾ ਲੱਗਿਆ ਵੇਲੇ ਸਿਰ। ਪਹਿਲੀ ਫਸਲ ਸੀ, ਪਹਿਲੀ ਵਾਰ ਖੇਤੀ ਕੀਤੀ? ਪਹਿਲੀ ਵਾਰ ਕਰੀ ਸੀ ਵੀਰ ਜੀ ਖੇਤੀ ਬੇਟੇ ਨੇ। ਕਿੰਨਾ ਕੁ ਕਰਜ਼ਾ ਸੀ ਸਿਰ ਤੇ ਜੀ? ਕਰਜ਼ਾ ਸੀਗਾ ਵੀਰਾ 8-10 ਲੱਖ ਰੁਪਈਆ। ਉਹ ਕਿਹੜਾ ਕਰਜ਼ਾ ਸੀ? ਬੈਂਕ ਦਾ ਕਰਜ਼ਾ ਸੀ, ਆੜਤੀਏ ਦਾ ਕਰਜ਼ਾ ਜਾਂ ਹੋਰ ਸੀ? ਆੜਤੀਏ ਦਾ ਵੀ ਸੀ ਵੀਰਾ, ਬੈਂਕ ਦਾ ਵੀ ਸੀ, ਸਪਰੇਹਾਂ ਵਾਲਿਆਂ ਦੇ ਵੀ ਸੀਗੇ ਵੀਰਾ। ਤੇ ਵਾਹਣ ਮੇਰਾ ਆਪਦਾ ਵੀ ਜ਼ਿਮੀਂਦਾਰ 'ਚ ਵੀ ਗਏ ਨਹੀਂ ਸੀ ਵੀਰ ਜੀ ਵਾਹਣ, ਜਦੋਂ ਮੇਰੇ ਬੇਟੇ ਨੇ ਖੁਦਕੁਸ਼ੀ ਕਰੀ ਆ।
ਤੇ ਹੋਰ ਭੈਣ ਭਾਈਆਂ ਦੇ ਵੀ ਸੀਗੇ ਵੀਰਾ ਦੇਣ ਵਾਲੇ, ਆਪਣੀ ਕੋਆਪਰੇਟਿਵ ਬੈਂਕਾਂ ਦੇ ਵੀ ਭਰਨ ਵਾਲੇ ਸੀ, ਕਹਿੰਦੀ ਸਭ ਭਰੇ ਆ ਵੀਰਾ। ਤੇ ਮਾਤਾ ਪਹਿਲੀ ਵਾਰ ਫਸਲ ਕੀਤੀ ਸੀ, ਝੋਨਾ ਲਾਇਆ ਸੀ, ਕੀ ਉਹਨੂੰ ਲੱਗਦਾ ਨਹੀਂ ਸੀ ਕਿ ਜਿਹੜਾ ਝੋਨਾ ਮੈਂ ਲਾਇਆ ਇਹਦੇ ਨਾਲ ਮੈਂ ਕਰਜ਼ਾ ਲਾਊਂ, ਕੁਛ ਵਿਆਜ ਘਟੂਗਾ, ਕਰਜ਼ਾ ਘਟੂ, ਉਹਨੂੰ ਉਮੀਦ ਨਹੀਂ ਸੀ? ਉਹਨੂੰ ਤਾਂ ਉਮੀਦ ਤਾਂ ਸੀ ਵੀ ਜੀ ਆਹ ਗੱਲ ਤਾਂ ਨਹੀਂ ਸੀ ਪਤਾ ਕਿ ਨਾ ਵੀ ਆਹ ਇਹ ਹੋ ਜਾਊ। ਕੀ ਕਾਰਨ ਮਾਤਾ ਐਡੀ ਛੇਤੀ ਹੌਸਲਾ ਕਿਉਂ ਛੱਡ ਗਿਆ ਪੁੱਤ? ਉਹ ਪੁੱਤ ਨੂੰ ਤਾਂ ਬਹਾਦਰ ਹੋ ਕੇ ਚੱਲਣਾ ਚਾਹੀਦਾ ਸੀ। ਮੌਤ ਤਾਂ ਗਲੇ ਲਗਾਉਣਾ ਸੌਖਾ, ਪਰ ਜਿਉਣਾ ਬੜਾ ਔਖਾ ਹੁੰਦਾ। ਮੈਨੂੰ ਕੋਈ ਪਤਾ ਨਹੀਂ ਸੀ ਤੜਕਾ ਕਿਹੜਾ ਵੀ ਮੇਰੇ ਪੁੱਤ ਦੀ ਮੌਤ ਆ। ਅਸੀਂ ਤਾਂ ਵਧੀਆ ਉੱਠੇ ਹੱਸਦੇ ਖੇਡਦੇ, ਪਸ਼ੂ ਨਵਾਏ ਆ ਉਹਨੇ। ਮੈਨੂੰ ਧਾਰਾਂ ਚੋਣ ਨੂੰ ਕਹਿੰਦਾ, ਛੇਤੀ ਛੇਤੀ ਧਾਰਾਂ ਚੋਈਆਂ, ਛੇਤੀ ਛੇਤੀ ਦੁੱਧ ਪਾ ਕੇ ਆਇਆ, ਭੱਜਿਆ ਫਿਰਦਾ ਆ। ਪਿੰਡ 'ਚ ਗਿਆ, ਪਿੰਡ 'ਚ ਫਿਰ ਆ ਕੇ ਰੋਟੀ ਖਾਧੀ, ਰੋਟੀ ਖਾ ਕੇ ਫਿਰ ਖੇਤ ਨੂੰ ਗਿਆ। ਕਿੰਨੀ ਉਮਰ ਸੀ ਬੇਟੇ ਦੀ? 20 ਸਾਲ 40 ਦਿਨਾਂ ਦੀ, 21ਵਾਂ ਸਾਲ ਲੱਗ ਗਿਆ ਸੀ। ਹੁਣ ਕਿੰਨਾ ਟਾਈਮ ਹੋ ਗਿਆ ਲਾਸਟ ਟਾਈਮ ਬੇਟੇ ਦੀ ਮੌਤ ਹੋਈ ਹੈ? ਕਿੰਨਾ ਟਾਈਮ ਹੋ ਗਿਆ ਬੇਟੇ ਦੀ ਮੌਤ ਨੂੰ ਜੀ? 11ਵਾਂ ਮਹੀਨਾ ਲੱਗ ਗਿਆ ਵੀਰਾ, ਆ 9 ਤਰੀਕ 9 ਤੋਂ 11ਵਾਂ ਮਹੀਨਾ ਲੱਗ ਗਿਆ ਮੌਤ ਹੋਈ ਨੂੰ। ਬੜੀ ਛੋਟੀ ਉਮਰ ਸੀ। ਮੈਂ ਤਾਂ ਪੜ੍ਹਦਾ ਸੀ ਕਿ ਪੜ੍ਹ ਹਟਿਆ ਸੀ ਲਵਪ੍ਰੀਤ? ਪੜ੍ਹ ਹਟਿਆ ਸੀ ਮੇਰਾ, +2 ਕਰ ਲਈ ਸੀ ਮੇਰੇ ਬੇਟੇ ਨੇ ਸ਼ੀਸ਼ੀ ਬੋਰਡ ਦੇ ਵਿੱਚ। ਚੰਗੇ ਸਕੂਲ 'ਚ ਪੜ੍ਹਿਆ ਸੀ? ਹਾਂਜੀ, ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਾਇਆ ਸੀ ਸਾਰਾ। ਇਹਦੇ ਆਸਰੇ ਹੀ ਵੀਰਾ ਸੀ ਵੀ ਚੱਲ ਬੇਟਾ ਪੜ੍ਹ ਕੇ ਕਿਤੇ ਕੁਛ ਹੋ ਲੱਗੂ। ਉਹ ਕਹਿੰਦਾ ਮਾਤਾ ਜੇ ਤੂੰ ਕਹੇ ਨੌਕਰੀਆਂ ਨੂਕਰੀਆਂ ਨਹੀਂ ਕਿਤੇ ਮਿਲਦੀਆਂ, ਕੰਮ ਹੀ ਕਰਨਾ ਪਊਗਾ। ਕੰਮ ਮਾਤਾ ਚਲੋ ਪੜ੍ਹ ਲਿਖ ਗਿਆ ਸੀ, ਚੰਗੇ ਸਕੂਲ 'ਚ ਪੜ੍ਹਿਆ ਸੀ, ਵਿਦੇਸ਼ ਜਾ ਸਕਦਾ ਸੀ, ਪਰ ਐਡੀ ਛੇਤੀ ਹੌਸਲਾ? ਵਿਦੇਸ਼ ਵੀਰਾ ਲੱਗਿਆ ਸੀ ਬੇਟਾ ਆਈਲੈਟਸ ਕਰਨ, ਫਿਰ ਕੋਲੇ ਵੀਰਾ ਪੈਸਾ ਨਹੀਂ ਸੀਗਾ। ਫਿਰ ਬੇਟੇ ਨੇ ਆਪਦਾ ਹੌਸਲਾ ਸਿੱਟਿਆ, ਕਹਿੰਦਾ ਮਾਂ ਵੀ ਆਪਣੇ ਕੋਲ ਪੈਸੇ ਨਹੀਂ, ਜੇ ਬੈਂਡ ਆ ਗਏ, ਜੇ ਨਾ ਆਏ ਤਾਂ ਵੀ ਆਪਾਂ 60-70 ਹਜ਼ਾਰ ਥੱਲੇ ਆ ਜਾਵਾਂਗੇ। ਕਹਿੰਦਾ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਵੀ ਜਿਹੜੀ ਪੈੜੀ ਆ ਆਪਾਂ ਇੰਨੀ ਕੁ ਵੇਚ ਕੇ ਤੈਨੂੰ ਮੈਂ ਤੋਰ ਦੂੰ। ਕਹਿੰਦਾ ਨਾ ਮਾਂ, ਅਗਲਾ ਕਹਿੰਦਾ ਪਿਓ ਮਰੇ ਤੋਂ ਵੀ ਇਹ ਵੇਚ। ਫਿਰ ਘਰੇ ਕੁੜੀ ਵਿਆਹੁਣ ਵਾਲੀ ਸੀ ਵੀਰਾ, ਉਹ ਕਹਿੰਦਾ ਵੀ ਨਾ ਮਾਂ ਪਹਿਲਾਂ ਕੁੜੀ ਹੋਈ ਵਿਆਹ ਕੇ ਫਿਰ ਕਿਸੇ ਪਾਸੇ ਜਾਊਂਗਾ ਵੀ ਬਾਹਰ। ਕਿੰਨੀ ਜ਼ਮੀਨ ਆ ਮਾਤਾ ਤੁਹਾਡੇ ਕੋਲੇ? ਸਾਡੇ ਕੋਲੇ ਵੀਰਾ 7 ਕਨਾਲਾਂ 11 ਮਰਲੇ ਆ। 7 ਕਨਾਲਾਂ 11 ਮਰਲੇ। ਤੇ ਪਰਿਵਾਰ ਦੇ ਵਿੱਚ ਜੀ ਕਿਹਦੀ ਮੌਤ ਹੋਈ ਹੈ? ਬੇਟੇ ਦੀ ਹੋਈ ਆ, ਤੁਹਾਡੇ ਪਤੀ ਦੀ ਹੋਈ ਆ, ਸਹੁਰੇ ਦੀ ਹੋਈ, ਇਸ ਤੋਂ ਇਲਾਵਾ ਹੋਰ ਕਿਹਨੇ ਖੁਦਕੁਸ਼ੀ ਕੀਤੀ ਹੈ? ਪਤਿਆਉਰੇ ਨੇ ਵੀ ਕਰੀ ਹੈ ਵੀਰ ਜੀ, ਮੇਰੇ ਗਾਂ ਦਾਦ ਸਹੁਰੇ ਨੇ ਵੀ ਕਰੀ ਹੈ, ਤੇ ਮੇਰੇ ਸਹੁਰੇ ਨੇ ਵੀ ਕਰੀ, ਫਿਰ ਮੇਰੇ ਘਰ ਵਾਲੇ ਨੇ, ਫਿਰ ਮੇਰੇ ਬੇਟੇ ਨੇ ਜਾਂਦੀ। ਮੇਰੇ ਘਰ ਵਾਲੇ ਤੇ ਬੇਟੇ ਦਾ ਤਾਂ 16 ਮਹੀਨਿਆਂ ਦਾ ਹੀ ਸਨ ਆ। ਇਹ ਸਾਰੀਆਂ ਖੁਦਕੁਸ਼ੀਆਂ ਦਾ ਕਾਰਨ ਕਰਜ਼ਾ ਹੀ ਸੀ? ਬਸ ਕਰਜ਼ਾ ਹੀ ਸੀ ਵੀਰਾ, ਲਾ ਲਓ ਜਾਂ ਕੋਈ ਹੋਤਕ ਲਾ ਲਓ, ਜਾਂ ਘਰ ਦੇ ਵਿੱਚ ਹੀ ਕੋਈ ਫਰਕ ਆ ਕਰਮਾਂ 'ਚ, ਬਸ ਵੀ ਕੀ ਬਣ ਜਾਂਦਾ। ਇਹ ਤਾਂ ਉਮੀਦ ਹੀ ਨਹੀਂ ਮੈਨੂੰ ਬੇਟੇ ਤੇ ਮੇਰੇ ਤੇ ਉਮੀਦ ਸੀ ਵੀਰਾ, ਮੈਨੂੰ ਇਹ ਉਮੀਦ ਨਹੀਂ ਸੀ ਮੇਰਾ ਬੇਟਾ ਐਂ ਕਰੂਗਾ। ਬਿਲਕੁਲ ਜੀ, ਬੇਟੇ ਤੋਂ ਇਹ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਕਰੂਗਾ, ਇਸ ਤਰ੍ਹਾਂ ਜਿਹੜਾ ਢੇਰੀਆਂ ਢਾਹ ਕੇ ਬੈਠ ਜੂਗਾ, ਹੌਸਲਾ ਛੱਡ ਜੂਗਾ, ਖੁਦਕੁਸ਼ੀ ਕਰੂਗਾ। ਇਸ ਮਾਂ ਨੂੰ, ਇਸ ਭੈਣ ਨੂੰ ਇਹ ਨਹੀਂ ਪਤਾ ਸੀ। ਬੇਟੇ ਨੇ ਬਹਾਦਰ ਹੋ ਕੇ, ਦਲੇਰ ਹੋ ਕੇ ਇਸ ਭੈਣ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਸੀ, ਆਪਣੀ ਛੋਟੀ ਭੈਣ ਨੂੰ ਵਿਆਹੁਣਾ ਸੀ। ਪਰ ਮਾਂ ਨੂੰ ਵੀ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਕਰ ਜੇਗਾ, ਕਿ ਇੰਨੀ ਜਲਦੀ ਉਹ ਇਸ ਫਾਨੀ ਸੰਸਾਰ ਨੂੰ ਔਰ ਪਰਿਵਾਰ ਨੂੰ ਵਿਲਕਦੇ ਛੱਡ ਜੂਗਾ। ਇਸ ਤੋਂ ਪਹਿਲਾਂ 4 ਜੀ ਖੁਦਕੁਸ਼ੀ ਕਰ ਚੁੱਕੇ ਸੀ, ਔਰ ਜਲਦ ਇਸ ਬੱਚੇ ਤੋਂ, ਇਸ ਲਵਪ੍ਰੀਤ ਤੋਂ ਕਰਜ਼ੇ ਦੀ ਪੰਡ ਜਿਹੜੀ ਚੱਕੀ ਨਹੀਂ ਗਈ, ਕਰਜ਼ ਦਾ ਬੋਝ ਜਿਹੜਾ ਸਹਾਰਿਆ ਨਹੀਂ ਗਿਆ। ਭੈਣ ਨਾਲ ਫਿਰ ਗੱਲਬਾਤ ਕਰਾਂਗੇ, ਪਰ ਇਹਨਾਂ ਦੀ ਸੱਸ ਦੇ ਨਾਲ, ਇਸ ਲਵਪ੍ਰੀਤ ਦੀ ਦਾਦੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਉਹਨਾਂ ਦੇ ਪਤੀ ਨੇ ਵੀ ਖੁਦਕੁਸ਼ੀ ਕੀਤੀ ਸੀ, ਔਰ ਇਸ ਤੋਂ ਪਹਿਲਾਂ ਵੀ ਜਿਹੜੇ ਪਰਿਵਾਰ ਦੇ ਵਿੱਚ ਖੁਦਕੁਸ਼ੀਆਂ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਸੀਗਾ, ਪਹਿਲਾਂ ਵੀ ਖੁਦਕੁਸ਼ੀਆਂ ਕੀਤੀਆਂ। ਇਸ ਭੈਣ ਨਾਲ ਫਿਰ ਗੱਲਬਾਤ ਕਰਾਂਗੇ, ਪਰ ਪਹਿਲਾਂ ਲਵਪ੍ਰੀਤ ਦੀ ਦਾਦੀ ਨਾਲ ਗੱਲਬਾਤ ਕਰਦੇ ਹਾਂ। ਤਾਂ ਦਰਸ਼ਕੋ, ਮਾਤਾ ਆਪਣੇ ਹੱਥ 'ਚ ਆਪਣੇ ਪੁੱਤਰ ਦੀ ਤੇ ਆਪਣੇ ਘਰ ਵਾਲੇ ਦੀ ਤਸਵੀਰ ਫੜੀ ਦਰਦ ਬਿਆਨ ਕਰ ਰਹੀ ਹੈ। ਦੱਸ ਰਹੀ ਹੈ ਕਿ ਮੇਰਾ ਪੁੱਤਰ ਇੰਨੀ ਛੋਟੀ ਉਮਰ ਦੇ ਵਿੱਚ ਖੁਦਕੁਸ਼ੀ ਕਰ ਗਿਆ, ਮੇਰੇ ਘਰ ਵਾਲਾ ਮੈਨੂੰ ਛੱਡ ਕੇ ਚਲਾ ਗਿਆ। ਰੋਂਦਿਆਂ ਕਰਲਾਉਂਦਿਆਂ ਨੂੰ ਮਾਤਾ ਨਾਲ ਗੱਲਬਾਤ ਕਰਦੇ। ਮਾਤਾ, ਤੁਹਾਡੇ ਪਤੀ ਦੀ ਮੌਤ ਕਦੋਂ ਹੋਈ ਸੀ, ਕੀ ਕਾਰਨ ਸੀ? ਹੁਣ ਤਾਂ ਬਹੁਤ ਚਿਰ ਹੋ ਗਿਆ ਭਾਈ, ਇਹ ਛੋਟੇ ਸੀ। ਹਾਂ, ਇਹ ਛੋਟੇ ਸੀ ਜਦੋਂ ਮੇਰੇ ਪਤੀ ਦੀ ਮੌਤ ਹੋਈ। ਤੇ ਮੇਰੀ ਸੱਸ ਸੀਗੀ, ਅਸੀਂ ਸੱਸ ਨੂੰ ਨੇ ਪਾਲੇ ਸੀ। ਫਿਰ ਉਸ ਤੋਂ ਬਾਅਦ ਮੇਰਾ ਜਿਹੜਾ ਦਿਓਰ ਆ ਉਹ ਮੁੱਕਿਆ। ਦਿਓਰ ਤੋਂ ਬਾਅਦ ਫਿਰ ਮੇਰਾ ਜਿਹੜਾ ਛੋਟਾ ਪੁੱਤ ਆ ਉਹ ਮੁੱਕਿਆ। ਛੋਟੇ ਪੁੱਤ ਤੋਂ ਬਾਅਦ ਫਿਰ ਕੁਲਵੰਤ ਮੁੱਕਿਆ, ਉਹਦੇ ਨਾਲ ਜਗਤਾਰ ਸੀ ਜਿਹੜਾ ਛੋਟਾ ਮੁੱਕਿਆ।
ਤੇ ਉਦੋਂ ਬਾਅਦ ਇਹ ਲਵਪ੍ਰੀਤ ਮੁੱਕਿਆ। ਪੁੱਤ ਹਾਂ ਪੋਤਾ। ਹੂੰ 5 ਮੈਂ ਤਾਂ ਮਰਿਆ ਤੋਂ ਪੁੱਤ ਪੈੜੀ ਹੈ। ਹੂੰ ਇੱਕ ਐਂ ਜੀ ਕਰਦਾ ਵੀ ਆਪਦੀ ਆਪ ਜਾਨ ਨਹੀਂ ਨਿਕਲਦੀ। ਹੂੰ ਮੈਂ ਤਾਂ ਭੁੱਜ ਕੇ ਖਿੱਲ ਹੋਈ ਪਈ ਹਾਂ। ਬਹੁਤ ਔਖਾ ਮਾਂ। ਅੱਜ ਕਹਿੰਦੇ ਹੁੰਦੇ ਚੱਲ ਅੱਜ ਕਹਿੰਦੇ ਹੁੰਦੇ 2 ਪੁੱਤ ਤੋਰਤੇ ਪੋਤਾ ਤੋਰਤਾ। ਚੱਲ ਆਦਮੀ ਨੂੰ ਵੀ ਨਹੀਂ ਮੈਂ ਕਹਿੰਦੀ ਸੀ ਵੀ ਜਦੋਂ ਮੇਰੇ ਮੂਹਰਲਾ ਹੀ ਮੇਲਾ ਖਿੰਡ ਗਿਆ। ਪੁੱਤ ਤੁਰ ਗਏ 2 3 ਵਿਆਹੇ ਵੇ ਸੀ। ਮੈਂ ਕਹਿੰਦੀ ਸੀ ਚੱਲ ਆਪਦੇ ਘਰੀ ਵੱਸਦੇ ਰਸਤੇ ਕੋਈ ਮੋਟੀਆਂ ਪਕਾਉਂਦਾ ਕੋਈ ਪਤਲੀਆਂ ਪਕਾਉਂਦਾ। ਜਿਹੜਾ ਮੈਨੂੰ ਤਾਂ 2 ਰੋਟੀਆਂ ਦੇ ਦੂੰ ਮੈਂ ਤਾਂ ਉਹਦੇ ਬੰਨੀ ਖਾ ਲਊਂ। ਜਿਹੜੇ ਅੱਜ ਹੁਣ ਜੇ ਤੂੰ ਮੇਰੀ ਨੂੰਹ ਦੇਖਣੀ ਹੋਵੇ ਪਤਲੀ ਜੀ ਆ ਬਹੂ ਵਰਗੀ ਹੈ, ਜਿਹੜੀ 12 ਵਰਿਆਂ ਦੀ ਰੰਡੀ ਹੋਈ ਹੈ। ਉਹਦਾ 12 ਵਰਿਆਂ ਦਾ ਇੱਕ ਜਵਾਕ ਸੀ, ਉਹਦੇ 'ਤੇ ਬੈਠੀ ਹੈ। ਹੁਣ ਇੱਧਰ ਬੈਠਾ ਕੋ ਉੱਧਰ ਬੈਠਾ। ਬਹੁਤ ਔਖਾ ਮਾਂ। ਹੁਣ ਹਾਰ ਕੇ ਜੇ ਉਹ ਰੰਡੀ ਹੋਈ ਸੀ ਉਹਦੇ ਚੁੱਲ੍ਹੇ 'ਤੇ ਸੀ, ਇਹਦੇ ਚੁੱਲ੍ਹੇ 'ਤੇ ਕਿਉਂ ਝੂਠ ਮਾਰਾਂ। ਮੈਥੋਂ ਚੂਲਾ ਹੁਣ ਟੁੱਟਿਆ ਵਾ, ਕੋਈ ਕੰਮ ਧੰਦਾ ਨਹੀਂ ਹੁੰਦਾ, ਮੈਂ ਤਾਂ ਉਹ ਮੈਨੂੰ ਸਾਂਭਦੀ ਹੈ। ਹੁਣ ਇਹਦੀ ਮਾਂ ਰਹਿੰਦੀ ਹੈ ਇਹਦੇ ਕੋਲੇ, ਇਹਦੀ ਭਰਜਾਈ ਆਈ ਵੀ ਆ। ਜਦੋਂ ਇਹਨਾਂ ਦੇ ਕਰਕੇ ਮੂੰਹ 'ਚ ਉਹ ਪਾਉਂਦੀ ਹੈ ਮਾਂ ਇਹਦੀ। ਜਦੋਂ ਆਪ ਤੋਂ ਪੁੱਤ ਕੁਛ ਹੁੰਦਾ ਨਹੀਂ, ਹਿੱਲਿਆ ਨਹੀਂ ਜਾਂਦਾ। ਵੀ ਮੈਂ ਤਾਂ ਕਹਿੰਦੀ ਇਹਨਾਂ ਦੇ ਥਾਂ ਲਵਪ੍ਰੀਤ ਦੇ ਥਾਂ ਰੱਬ ਮੈਨੂੰ ਲੈ ਜਾਂਦਾ। ਬਹੁਤ ਔਖਾ ਪੁੱਤਾਂ ਨੇ ਤਾਂ ਨਹੀਂ ਸੱਦੀ ਸੀ, ਪੋਤਾ ਹੀ ਤੋਰ ਦਿੰਦਾ। ਬਹੁਤ ਔਖਾ ਮਾਂ। ਮਰਿਆਂ ਦੇ ਨਾਲ ਮਰਿਆ ਤਾਂ ਨਹੀਂ ਜਾਂਦਾ। ਜਾਨ ਨਹੀਂ ਨਿਕਲਦੀ ਇੱਕ। ਇਹੋ ਜਿਹਾ ਕਈ ਵਾਰ ਤਾਂ ਜੀ ਕਰਦਾ ਵੀ ਇਹਦੇ ਤਾਂ ਕੁਛ ਖਾ ਕੇ ਮੁੱਕ ਜਾ। ਆਪਦੇ ਮਨ ਨੂੰ ਇੰਨੀ ਖਾਈ ਆਉਂਦੀ ਹੈ। ਜਦੋਂ ਮੈਂ 4 ਸਵੇਰੇ ਝਾਕਨੀ ਆ ਰਾਹ ਬੰਨੀ ਖੇਤਾਂ, ਰਾਹ ਬੰਦ ਹੋ ਗਿਆ। ਜਿਉਂ ਕੁਲਵੰਤ ਮੁੱਕ ਗਿਆ ਮੈਂ ਭੋਤ ਨੇ ਭੁੱਲ ਗਈ, ਰਾਹ ਨਹੀਂ ਪਈ ਜਿਉਂ ਮੇਰੇ ਪੁੱਤ ਮੁੱਕ ਗਏ। ਕਿਸੇ ਦਾ ਦੁਖੀ ਜਾਵੇ, ਕਿਸੇ ਦਾ ਸੁਖੀ ਜਾਵੇ, ਕਿਸੇ ਦਾ ਕੁਛ ਨਾ ਕਿਤੇ ਸ਼ਕੀਰੀ 'ਚ ਨਾ ਕਿਤੇ ਪਿੰਡ ਦੇ। ਬਹੁਤ ਔਖਾ ਮਾਂ। ਤੁਹਾਡੇ ਘਰ ਵਾਲਾ, ਦਰਸ਼ਕੋ ਇਹ ਤੁਸੀਂ ਦੇਖ ਰਹੇ ਹੋ, ਮਾਤਾ ਦੇ ਘਰ ਵਾਲਾ ਸੀ ਜੋ ਇਹ ਖੁਦਕੁਸ਼ੀ ਕਰ ਗਿਆ। ਇਸ ਦਾ ਬਾਪ ਵੀ ਖੁਦਕੁਸ਼ੀ ਕਰ ਗਿਆ ਸੀ ਇਹਨਾਂ ਦਾ। ਮਾਤਾ ਨੇ ਕਿੰਨੇ ਪਰਿਵਾਰਕ ਜੀ ਹੱਥੀਂ ਤੋਰੇ ਆ। ਮਾਤਾ ਦਰਦ ਬਿਆਨ ਕਰਦੀ ਹੈ ਕਿ ਮੈਂ ਪੋਤੀ ਦੀ ਥਾਂ ਮੈਂ ਚਲੀ ਜਾਂਦੀ, ਜਿਉਂਦੀ ਮੈਂ ਮੋਈ ਵੀ। ਮਾਤਾ ਕੀ ਕਾਰਨ ਸੀ ਇਹ ਬਜ਼ੁਰਗਾਂ ਨੇ ਖੁਦਕੁਸ਼ੀ ਕੀਤੀ? ਪੁੱਤਰ ਨੇ, ਪੋਤੇ ਨੇ, ਇਦੋਂ ਪਹਿਲਾਂ ਤੁਹਾਡੇ ਹੋਰ ਜਿਹੜੇ ਪਰਿਵਾਰਕ? ਪਤਾ ਨਹੀਂ, ਜਦੋਂ ਤਾਂ ਮੇਰਾ ਸਹੁਰਾ ਮੁੱਕਿਆ ਉਦੋਂ ਤਾਂ ਮੈਂ ਵਿਆਹੀ ਸੀ ਭਾਈ, 2 2.5 ਸਾਲ ਸੀ। ਉਹਨਾਂ ਨੇ ਵੀ ਖੁਦਕੁਸ਼ੀ ਕੀਤੀ? ਹਾਂ, ਜਦੋਂ ਉਹਨੇ ਖੁਦਕੁਸ਼ੀ ਕਰੀ ਮੈਂ ਤਾਂ ਖੇਤ ਨੂੰ ਕਪਾਹ ਚੁਗਣ ਗਈ ਵੀ ਸੀ। ਮੰਡੀ ਤੋਂ ਮੈਸ ਖਰੀਦ ਕੇ ਲਿਆਇਆ, ਅੰਦਰ ਨੀਰਾ ਲੈਣ ਵੜਿਆ। ਖਨੀ ਕੀ ਵਡਿਆਈ ਉੱਠੀ, ਅੰਦਰ ਜਿਹੜੀ ਨੀਰ ਵਾਲੀ ਸਵਾਤ ਸੀ ਉਹਦੇ ਨਾਲ ਖੁਦਕੁਸ਼ੀ ਕਰ ਲਈ। ਮੈਨੂੰ ਤਾਂ ਖੇਤੋਂ ਲੈ ਕੇ ਆਏ ਸੀ। ਸੱਸ ਮੇਰੀ ਘਰੇ ਸੀ, ਉਹ ਬਿਮਾਰ ਸੀ। ਫਿਰ ਮੇਰੇ ਘਰ ਵਾਲੇ ਨੇ ਵੀ, ਜਦੋਂ ਮੇਰਾ ਦਿਓਰ ਮਰ ਗਿਆ 2 ਟੱਬਰ ਹੋ ਗਏ, ਉਹ ਵੀ ਬੋਝ ਪੈ ਗਿਆ ਉਹਦੇ 'ਤੇ ਵੀ। ਜਵਾਕ ਸਾਰੇ ਨਿਆਣੇ ਸੀ, 4 ਤਾਂ ਕੁੜੀਆਂ ਸੀ ਭਾਈ, 3 ਮੁੰਡੇ ਸੀ। ਮਾਤਾ ਜਦੋਂ ਤੁਹਾਡਾ ਵਿਆਹ ਹੋਇਆ ਸੀ ਕਿੰਨੀ ਜ਼ਮੀਨ ਸੀ ਤੁਹਾਡੇ ਸਹੁਰੇ ਪਰਿਵਾਰ ਕੋਲ? ਉਦੋਂ ਭਾਈ ਸੀ ਕਿ 20 ਕਿੱਲੇ ਕਿਲੇ ਨੂੰ ਕਹਿੰਦੀ ਆ। ਜਿਹੜੇ ਮੇਰੇ ਦਿਓਰ ਸੀ ਤੇ ਮੇਰੇ ਘਰ ਵਾਲਿਆਂ ਨੂੰ ਇਹਨਾਂ ਨੂੰ 10-10 ਕਿੱਲੇ ਹੁੰਦੇ ਸੀ। 10 ਕਿੱਲਿਆਂ ਤੇ ਵਿਆਹੀ ਸੀ ਤੁਸੀਂ? ਹਾਂ। ਹੁਣ ਉਦੋਂ ਬਾਅਦ ਜਦੋਂ ਭਾਈ ਕਰਜ਼ਾ ਕਹਿੰਦੇ ਹੁੰਦੇ ਆ ਉੱਤੇ ਸਿਰ ਪਈ ਗਿਆ, ਜਵਾਕ ਜ਼ਮੀਨ ਵੇਚੀ ਗਏ। ਉਹ ਜ਼ਮੀਨ ਵੇਚ ਕੇ ਵੀ ਜ਼ਿੰਦਗੀ ਲਾ ਲਈ ਆਪਦੀ, ਜਦੋਂ ਕਰਜ਼ਾ ਹੀ ਨਹੀਂ ਪੂਰਾ ਹੋਇਆ। ਕਰਜ਼ੇ ਦਾ ਕੀ ਕਾਰਨ ਸੀ ਮਾਤਾ? ਫਸਲ ਚੰਗੀ ਨਾ ਹੋਣਾ ਜਾਂ ਫਿਰ ਘਰ ਦੇ ਖਰਚੇ ਵੱਧ, ਜਾਂ ਕੀ ਕਾਰਨ ਸੀ ਕਰਜ਼ੇ? 4 ਕੁੜੀਆਂ ਵਿਆਹੀਆਂ, 3 ਇਹ ਵਿਆਹੇ। ਉਦੋਂ ਵੀਰ ਪੁੱਤ ਮੇਰਾ ਜਿਹੜਾ ਮਾਰੂ ਵਾਹਣ ਹੁੰਦਾ ਸੀ ਉੱਥੇ ਕੁਛ ਹੁੰਦਾ ਨਹੀਂ ਸੀ। ਜਿਹੜੇ 10 ਕਿੱਲੇ ਸੀ ਫਸਲ ਕੋਈ ਵਧੀਆ ਨਹੀਂ ਹੁੰਦੀ ਸੀ, ਜਾਨੀ ਵਾਹਣ ਚੰਗੇ ਨਹੀਂ ਸੀ। ਆਹੀ ਵਾਹਣ ਸੀ ਚੰਗਾ। ਜਿਹੜੇ ਹੁਣ ਬੈਲੀ ਦਾ 10-12 ਕਿੱਲੇ ਸੀ, ਉੱਥੇ ਤਾਂ ਜੇ ਮੀਂਹ ਪੈਂਦਾ 2 ਮਣ ਹੋ ਜਾਂਦੇ, ਨਹੀਂ ਹੁੰਦੇ ਨਹੀਂ ਸੀ। ਨਾ ਹਾੜੀ ਹੁੰਦੀ ਨਾ ਸੌਣੀ ਹੁੰਦੀ। ਅਜੇ ਪਰ ਦਰਸ਼ਕੋ ਜਿਵੇਂ ਕਹਿੰਦੇ ਹੁੰਦੇ ਆ ਕਿ ਨਜਾਇਜ਼ ਕਿਸਾਨ ਖਰਚੇ ਕਰਦਾ, ਨਜਾਇਜ਼ ਕਿਸਾਨ ਨੇ ਖਰਚੇ ਵਧਾ ਲਏ, ਵੱਡੀਆਂ ਕੋਠੀਆਂ ਲੈ ਲਈਆਂ, ਵੱਡੀਆਂ ਕਾਰਾਂ ਲੈ ਲਈਆਂ। ਪਰ ਇਸ ਪਰਿਵਾਰ ਨੇ ਕੋਈ ਕੋਠੀਆਂ ਕਾਰਾਂ ਨਹੀਂ ਲਈਆਂ, ਕੋਈ ਵੱਡੇ ਵਿਆਹ ਨਹੀਂ ਕੀਤੇ। ਪਰ
ਚਾਰ ਕੁੜੀਆਂ, ਤਿੰਨ ਕੁੜੀਆਂ ਵਿਆਹੀਆਂ ਮਾਤਾ? ਚਾਰ ਕੁੜੀਆਂ ਵਿਆਹੀਆਂ, ਤਿੰਨ ਮੁੰਡੇ ਵਿਆਹੇ। ਜ਼ਮੀਨ ਉਨੀ ਨਹੀਂ ਸੀ ਉਪਜਾਊ, ਉਨੀ ਫਸਲ ਨਹੀਂ ਹੁੰਦੀ ਸੀ। ਮਾਤਾ ਦੱਸਦੀ ਆ ਕਿ ਜੇਕਰ ਮੀਂਹ ਪੈ ਜਾਣਾ ਤਾਂ 2 ਮਣ ਦਾਣੇ ਹੋ ਜਾਂਦੇ ਸੀ, ਨਹੀਂ ਫਸਲ ਨਹੀਂ ਹੁੰਦੀ ਸੀ। ਪਰ ਹਲੇ ਵੀ ਕਹਿੰਦੇ ਇੱਕ ਵਾਹਣ ਦੇ ਵਿੱਚ ਟਿੱਬਾ ਪਿਆ, ਅਜੇ 2 ਕਿੱਲੇ ਉੱਥੇ ਟਿੱਬਾ ਪਿਆ, ਉਹ ਕਰਾਇਆ ਨਹੀਂ ਗਿਆ, ਜਾਨੀ ਪੱਧਰ ਨਹੀਂ ਕੀਤਾ ਗਿਆ। ਪੱਧਰ ਨਹੀਂ ਹੋਇਆ। ਜਦੋਂ ਹੁਣ ਘੱਟ ਬੰਦਿਆਂ ਦੀ ਘਟੌਟੀ ਪਏਗੀ ਪੁੱਤ ਮੇਰਾ। ਮਾਤਾ, ਜਦੋਂ ਤੁਹਾਡੇ ਘਰ ਵਾਲਾ ਖੁਦਕੁਸ਼ੀ ਕਰ ਗਿਆ, ਤੁਹਾਡਾ ਦਿਓਰ ਖੁਦਕੁਸ਼ੀ ਕਰ ਗਿਆ, ਤੁਹਾਡਾ ਸਹੁਰਾ ਖੁਦਕੁਸ਼ੀ ਕਰ ਗਿਆ ਸੀ, ਇੰਨੇ ਪਰਿਵਾਰ ਦੇ ਜੀ ਚੱਲ ਵਸੇ ਸੀ, ਕਦੇ ਆਪਣੇ ਪੋਤੇ ਨੂੰ ਪੁੱਤਰ ਨੂੰ ਸਮਝਾਇਆ ਨਹੀਂ ਸੀ ਪੁੱਤਰਾ ਵੀ ਮੌਤ ਤਾਂ ਸੌਖਾ, ਮਰਨਾ ਵੀ ਜਿਉਣਾ ਔਖਾ, ਤੂੰ ਪੁੱਤ ਜਿਉਂ, ਆਪਾਂ ਕਰਜ਼ਾ ਲੈ ਜੂਗਾ। ਕਿਹੜਾ ਪੁੱਤ ਦੱਸ ਕੇ ਮਰਦੇ ਸੀ। ਹੁਣ ਆਪਾਂ ਖੇਤ ਬੰਨੇ ਤਾਂ ਨਹੀਂ ਮਗਰ ਤੁਰੇ ਫਿਰਦੇ। ਹੁਣ ਜਦੋਂ ਕਿਸੇ ਦੇ ਪੁੱਤ ਧੀ ਦੇ ਬੁਰਾਈ ਉੱਠਦੇ ਆ, ਕਿਹੜਾ ਕੋਈ ਆ ਹੁਣ ਮੈਂ ਉੱਥੇ ਖੇਲ 'ਤੇ ਬੈਠੀ ਸੀ, ਮੇਰੇ ਕੋਲੋਂ ਦੀ ਲੰਘਿਆ ਆ ਲਵਪ੍ਰੀਤ ਮੇਰੇ ਕੋਲ ਦੀ ਲੰਘਿਆ, ਨਾਲ ਮੈਂ ਜਾਂਦੇ ਨੂੰ ਬੁਲਾਇਆ ਮੂਹਰੇ, ਆਹ ਛੋਟੀ ਜਿੱਥੇ ਤਾਂ ਹੀ ਲੱਗੀ, ਵੇ ਲਵਪ੍ਰੀਤ ਤੂੰ ਖੇਤ ਨੂੰ ਜਾਣਾ, ਵੇਲਾ ਮੇਰੇ ਨਾਲ ਬੋਲਿਆ ਨਹੀਂ, ਮੈਨੂੰ ਕੀ ਪਤਾ ਸੀ। ਇਹ ਕਿਹੜਾ ਦੱਸ ਕੇ ਨਹੀਂ ਪੁੱਤ ਕੰਮ ਕਰਦੇ ਸੀ ਕੋਈ, ਜਿਹੜੀ ਬੋਝ ਇੰਨਾ ਦਿਮਾਗ ਤੇ ਬਣ ਗਿਆ, ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ। ਪਤਾ ਹੀ ਨਹੀਂ ਲੱਗਿਆ, ਦੱਸ ਕੇ ਨਹੀਂ ਪੁੱਤ ਕੋਈ ਗੱਲ ਕਰਦੇ ਸੀ। ਇਹ ਤਾਂ ਉਦੋਂ ਹੀ ਪਤਾ ਲੱਗਦਾ ਸੀ ਜਦੋਂ ਸਿਰ 'ਚ ਭਾਂਡਾ ਫੁੱਟ ਜਾਂਦਾ। ਤਾਂ ਦਰਸ਼ਕੋ, ਭੈਣ ਨਾਲ ਵੀ ਗੱਲਬਾਤ ਕਰਾਂਗੇ, ਪਰ ਪਹਿਲਾਂ ਮਾਤਾ ਨਾਲ। ਮਾਤਾ ਕਹਿੰਦੇ ਸਰਕਾਰਾਂ ਕਰਜ਼ਾ ਮਾਫ ਕਰ ਦਿੰਦੀਆਂ, ਸਰਕਾਰਾਂ ਕਰਜ਼ਾ ਲਾਹ ਦਿੰਦੀਆਂ, ਮੁਆਵਜ਼ਾ ਦਿੰਦੀਆਂ। ਜਦੋਂ ਕੋਈ ਖੁਦਕੁਸ਼ੀ ਕਰ ਦਿੰਦਾ, ਤੁਹਾਨੂੰ ਕਿੰਨਾ ਕੁ ਮੁਆਵਜ਼ਾ ਮਿਲਿਆ? ਸਾਨੂੰ ਤਾਂ ਡਕਾ ਨਹੀਂ ਪੁੱਤ ਮੇਰਾ ਮਿਲਿਆ। ਬੈਂਕਾਂ ਜਿਹੜੀਆਂ ਆਹ ਰੇ ਦੇ ਵੀ ਪੈਸੇ ਭਰੇ ਆ, ਜਿਹੜੀਆਂ ਲਿਫਟਾਂ ਕਰਾਉਂਦੇ ਸੀ ਉਹਦੇ ਵੀ ਭਰੇ ਆ, ਸਭ ਕੁਛ ਭਰਿਆ। ਮਾਤਾ ਖੁਦਕੁਸ਼ੀ ਕਰ ਗਏ ਪਰਿਵਾਰਕ ਮੈਂਬਰ, ਪਰ ਤੁਹਾਡਾ ਕਰਜ਼ਾ ਕੋਈ ਮਾਫ ਨਹੀਂ ਹੋਇਆ। ਵੋਟਾਂ ਤੁਹਾਡੀਆਂ ਬਣੀਆਂ? ਸਾਨੂੰ ਕੋਈ ਹੈ ਵੋਟਾਂ ਹੈ ਤੁਹਾਡੀਆਂ? ਵੋਟਾਂ ਸਾਰਿਆਂ ਦੀਆਂ ਸੀਗੀਆਂ। ਪਾਉਂਦੇ ਹੋ ਵੋਟਾਂ? ਹਾਂ ਵੋਟਾਂ ਪਾਉਂਦੇ, ਹੁਣ ਨਹੀਂ ਪਾਉਂਦੇ। ਹੁਣ ਸਾਡਾ ਜੀ ਲਿਖਿਆ ਸੀਗਾ, ਜਦੋਂ ਸਾਡੀ ਕਿਸੇ ਨੇ ਮਦਦ ਨਹੀਂ ਕਰੀ, ਸਾਨੂੰ ਕਿਸੇ ਨੇ ਕੁਛ ਦਿੱਤਾ ਲਿਆ ਨਹੀਂ, ਆਪੇ ਨੱਕ ਮੁੜ ਜਾਂਦਾ। ਜਿਹੜੀ ਮਾਣੀ ਅੱਕ ਗਿਆ, ਵੋਟਾਂ ਪਾਉਣੀਆਂ ਹੀ ਨਹੀਂ ਹੁਣ। ਹਾਂ ਬਈ ਪਾਉਣੀਆਂ ਨਹੀਂ। ਤੇ ਮਾਤਾ, ਇੰਨੇ ਪਰਿਵਾਰਕ ਜੀਆਂ ਦੀ ਮੌਤ ਹੋਈ, ਤੁਹਾਡੇ ਕੋਲ ਲੀਡਰ ਵੀ ਆਏ ਹੋਣਗੇ, ਸਿਆਸੀ ਆਉਂਦੇ ਹੋਣਗੇ, ਜਾਂ ਵੋਟਾਂ ਲੈਣ ਵਾਸਤੇ ਵੀ? ਸਾਰੇ ਹੀ ਆਉਂਦੇ ਆ ਗਾਉਂ ਦੇ ਬਾਰੇ ਤਾਂ। ਜਦੋਂ ਗਾਉਂ ਆਉਂਦਾ ਖੱਟ ਲੈਂਦੇ ਆ, ਫਿਰ ਪਾਸਾ ਵੱਟ ਲੈਂਦੇ ਆ। ਉਦੋਂ ਤਾਂ ਜਦੋਂ ਵੋਟਾਂ ਪਵਾਉਣਗੇ ਤਾਂ ਗੱਡੀਆਂ ਖੜਾਉਣਗੇ ਮੂਹਰੇ, ਚੱਲੋ ਸਾਡੇ ਨਾਲ, ਉਹ ਕਹੂ ਮੇਰੇ ਨਾਲ ਚੱਲ, ਉਹ ਕਹੂ ਮੇਰੇ ਨਾਲ ਚੱਲ। ਉਹ ਕੋਈ ਸਿਆਣਦਾ ਨਹੀਂ। ਬਿਲਕੁਲ ਕੋਈ ਨਹੀਂ ਸਿਆਣਦਾ। ਤਾਂ ਦਰਸ਼ਕੋ, ਮਾਤਾ ਦਾ ਸੀ ਵੋਟਾਂ ਬਣੀਆਂ, ਇਸ ਸਾਡੇ ਪੰਜਾਬ ਦੇ ਵਾਸੀ ਨੇ, ਭਾਰਤ ਵਾਸੀ ਨੇ, ਇਹ ਇੱਥੋਂ ਦੇ ਵਸਿੰਦੇ ਨੇ। ਵੋਟਾਂ ਬਣੀਆਂ, ਵੋਟਾਂ ਲੈਣ ਆਉਂਦੇ ਨੇ ਲੀਡਰ, ਵੋਟਾਂ ਪਾਉਣ ਵਾਸਤੇ ਗੱਡੀਆਂ ਭੇਜਦੇ ਨੇ ਕਿ ਗੱਡੀ 'ਚ ਚਲੋ, ਕਰਜ਼ਾ ਮੁਆਫੀ ਦੀਆਂ ਗੱਲਾਂ ਕਰਦੇ ਨੇ। ਮੌਤ ਹੁੰਦੀ ਹੈ ਜਦੋਂ, 70 ਤੇ ਆ ਕੇ ਵੀ ਲੀਡਰ ਬੈਠਦੇ ਨੇ। ਪਿਛਲੇ ਸਮੇਂ ਦੌਰਾਨ, ਪਿਛਲੇ ਸਾਲ 2019 'ਚ ਇਹ ਪਿੰਡ ਭੂਤਨਾ ਚਰਚਾ 'ਚ ਰਿਹਾ, ਕਿਉਂਕਿ ਜਦੋਂ ਨੌਜਵਾਨ ਲੜਕੇ ਨੇ ਖੁਦਕੁਸ਼ੀ ਕੀਤੀ ਸੀ, ਉਦੋਂ ਸਾਰੇ ਮੀਡੀਆ 'ਚ, ਸੋਸ਼ਲ ਮੀਡੀਆ 'ਚ, ਸਭ ਥਾਈਂ ਅਖਬਾਰਾਂ ਦੇ ਵਿੱਚ ਹਰ ਰੋਜ਼ ਨਿਊਜ਼ ਆਉਂਦੀ ਸੀ ਕਿ ਇੱਕ ਪਰਿਵਾਰ ਦੇ 5 ਹੀ ਖੁਦਕੁਸ਼ੀ ਕਰ ਗਏ। ਅਤੇ ਆਪਾਂ ਵੱਖ-ਵੱਖ ਸਿਆਸੀ ਲੀਡਰ ਵੀ ਦੇਖਦੇ ਸੀ, ਵੱਖ-ਵੱਖ ਸਿਆਸੀ ਲੀਡਰ ਬਿਆਨ ਦਾਗਦੇ ਸੀ। ਭਗਵੰਤ ਮਾਨ, ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਇੱਥੋਂ ਦੇ ਸੰਬੰਧਿਤ ਲੀਡਰ। ਮਾਤਾ ਆਏ ਸਾਹਿਬ ਆ, ਇਹਨਾਂ ਦੇ ਸਿਰ ਪਰੋਸ ਕੇ ਮੁੜ ਗਏ। ਜੇ ਤੂੰ ਜਿਨ੍ਹਾਂ ਦੇ ਨਾਂ ਲੈਣਾ ਨਾ, 70 ਤੇ ਭੋਗ ਆਏ ਆ, ਭੋਗ ਤੇ ਵੀ ਆਇਆ, ਉਹ ਵੀ ਆਏ ਆ, ਦਿੱਤਾ ਲਿਆ ਕਿਸੇ ਨੇ ਕੁਛ ਨਹੀਂ। ਆਏ ਸਾਰੇ ਆ ਜੀ, ਕਹਿੰਦੇ ਸਿਰ ਤੇ ਹੱਥ ਧਰ ਕੇ ਚਲੇ ਗਏ, ਸਿਰ ਪਲੋਸ ਕੇ ਚਲੇ ਗਏ ਕਿ ਯਾਦ ਕਰਾਵਾਂਗੇ ਜਦੋਂ ਵੋਟਾਂ ਆਈਆਂ ਕਿ ਅਸੀਂ ਤੁਹਾਡੇ ਘਰੇ ਆਏ ਸੀ ਵੋਟਾਂ ਲੈਣ ਵਾਸਤੇ। ਬੇਸ਼ੱਕ ਇਸ ਪਰਿਵਾਰ 'ਚੋਂ ਇੰਨੇ ਜੀ ਚਲੇ ਗਏ, ਇੰਨੀਆਂ ਵੋਟਾਂ ਉਹਨਾਂ ਲਈ ਵੋਟਾਂ ਸੀ, ਉਹਨਾਂ ਲੀਡਰਾਂ ਲਈ ਵੋਟਾਂ ਸੀ, ਉਹਨਾਂ ਲੀਡਰਾਂ ਦੇ ਵੋਟਾਂ ਘਟੀਆਂ, ਪਰ ਇਸ ਪਰਿਵਾਰ ਦੇ ਜੀ ਤੁਰ ਗਏ। ਇਹ ਪਰਿਵਾਰ, ਇਹ ਘਰ ਸੁੰਨਾ ਹੋ ਗਿਆ। ਪਰ ਫਿਰ ਵੀ ਉਹਨਾਂ ਸਿਆਸੀ ਲੀਡਰਾਂ ਨੂੰ, ਇਹ ਮਾਂ, ਇਸ ਪਰਿਵਾਰ ਦੀ ਬੱਚੀ, ਇਹ ਭੈਣ ਹਰਪਾਲ ਕੌਰ, ਇਹ ਵੋਟਾਂ ਵਾਲੇ ਲੀਡਰਾਂ ਨੂੰ ਬਾਕੀ ਦਿਸਦੀਆਂ ਸੀ। ਤਾਂ ਕਰਕੇ ਉਹ ਸਿਆਸੀ ਲੀਡਰ ਇਸ ਘਰ ਦੇ ਵਿੱਚ ਆ ਕੇ 70 ਤੇ ਬੈਠ ਕੇ ਇਸ ਭੈਣ ਦਾ ਸਿਰ ਪਲੋਸ ਕੇ ਜਾਂਦੇ ਆ ਕਿ ਅਸੀਂ ਤੇਰੇ ਨਾਲ ਆ। ਦਿੱਤਾ ਕੀ ਹੈ ਉਹ ਭੈਣ ਨੂੰ ਪੁੱਛਦੇ ਆਪਾਂ। ਭੈਣੇ, 8-10 ਲੱਖ ਕਰਜ਼ਾ ਸੀਗਾ। ਜਿੱਦਾਂ ਬੇਟੇ ਦੀ ਮੌਤ ਹੋਈ ਆ ਲਵਪ੍ਰੀਤ ਦੀ, ਜਿਵੇਂ ਤੁਸੀਂ ਦੱਸਦੇ, ਭਗਵੰਤ ਮਾਨ ਆਇਆ, ਸੁਖਦੇਵ ਸਿੰਘ ਢੀਂਡਸਾ ਆਇਆ, ਹੋਰ ਸਿਆਸੀ ਲੀਡਰ ਆਏ, ਮਾਤਾ ਦੱਸਦੀ ਸਿਰ ਪਲੋਸ ਕੇ ਚਲੇ ਗਏ। ਕਿਸੇ ਨੇ ਕੁਛ ਦਿੱਤਾ? ਨਾ ਵੀਰਾ, ਕਿਸੇ ਨੇ ਨਹੀਂ ਵੀਰੇ। ਜਿਵੇਂ ਹੁਣ ਆ ਸਾਡੇ ਪਿੰਡ 'ਚ ਲਿਫਟਾਂ ਮਾਫ ਹੋਈਆਂ ਨੇ, 10-10 ਕਿੱਲੇ ਵਾਲਿਆਂ ਦੀਆਂ ਲਿਫਟਾਂ ਮਾਫ ਹੋਈਆਂ, ਇੱਕ ਘਰ ਦੀਆਂ 2-2 ਵੀ ਹੋਈਆਂ। ਸਾਡੀ ਤਾਂ 3 ਘਰਾਂ 'ਚੋਂ ਕਿਸੇ ਦੀ ਵੀ ਲਿਫਟ ਮਾਫ ਨਹੀਂ ਹੋਈ। ਕੀ ਲੱਖ ਰੁਪਈਏ ਦੀ ਲਿਫਟ ਆ ਜਿਹੜੀ,
ਉਹ ਵੀ ਮਾਫ ਨਹੀਂ ਹੋਈ, ਇੱਕ ਕਿੱਲੇ ਵਾਲੇ ਦੀ 10-10 ਕਿੱਲੇ ਵਾਲਿਆਂ ਦੀਆਂ ਲਿਫਟਾਂ ਮਾਫ ਹੋ ਗਈਆਂ। ਬਿਲਕੁਲ ਕਰਜ਼ਾ ਮਾਫ ਨਹੀਂ ਹੋਇਆ, ਕੁਝ ਥੋੜਾ ਘਣਾ ਤਾਂ ਹੋਇਆ ਹੋਊਗਾ ਜੀ। ਨਾ ਨਾ ਵੀਰਾ, ਕਿਸ ਤਰ੍ਹਾਂ ਦਾ ਵੀ ਨਹੀਂ ਹੋਇਆ। ਮੌਤ ਤੋਂ ਬਾਅਦ ਫਿਰ ਜਿਹੜੇ ਬੈਂਕਾਂ ਵਾਲੇ ਸੀ, ਤੁਸੀਂ ਬੈਂਕ ਦਾ ਕਰਜ਼ਾ ਤੇ ਹੋਰ ਹੁਣ ਕਿੰਨਾ ਕੁ ਖਰਚਾ? ਮੇਰੇ ਲਵਪ੍ਰੀਤ ਨੇ ਵੀਰਾ ਬਾਨ ਕਰਿਆ ਵਾ ਸੀ, ਮੈਂ ਕੋਆਪਰੇਟਿਵ ਬੈਂਕ ਚੋਂ ਕਰਜ਼ਾ ਲਿਆ, ਮੈਂ 40,000 ਰੁਪਇਆ ਭਰਿਆ ਵੀਰਾ। ਕੋਈ ਗੌਰਮੈਂਟ ਨੇ ਮੈਨੂੰ ਉਹ ਨਹੀਂ ਕਰਿਆ। ਉਸ ਤੋਂ ਬਾਅਦ ਮੈਂ ਪ੍ਰਾਈਵੇਟ ਮਿਡਲੈਂਡ ਬੈਂਕ ਚੋਂ 80,000 ਰੁਪਇਆ ਲਿਆ, ਉਹਦੀਆਂ ਅੱਜ ਮੈਂ ਕਿਸ਼ਤਾਂ ਤਾਰਦੀਆਂ ਦੁੱਧ ਪਾ ਕੇ ਮਹੀਨੇ ਪਿੱਛੋਂ। ਬਾਕੀ ਲਿਫਟ ਇਹਦੇ ਡੈਡੀ ਦੇ ਨਾਂ ਦੀ ਆ ਵੀਰ ਜੀ ਖੜੀ ਆ, ਉਹ ਕੋਈ ਮੈਨੂੰ ਮਾਫੀ ਨਹੀਂ ਆਈ। ਤਾਂ ਬਥੇਰਾ ਕਚਹਿਰੀਆਂ 'ਚ ਮੈਂ ਜਾ ਧੱਕੇ ਖਾ ਲਈ। ਉਹ ਫਿਰ ਮੈਨੂੰ ਲੋਕਡਾਊਨ ਤੋਂ ਪਹਿਲਾਂ ਕਹਿੰਦੇ ਵੀ ਭਰੋ ਮਾਤਾ ਤੁਹਾਨੂੰ ਵਿਆਜ ਪੈਂਦਾ, ਅੱਜ ਉਹ 1,75,000 ਦੀ ਹੋਈ ਪਈ ਆ। ਵਿਆਜ ਵਧੀ ਜਾਂਦਾ, ਜਾਨੀ ਲਿਮਟ ਵਧੀ ਜਾਂਦੀ ਹੈ। ਹਾਂ, ਕੋਈ ਮੈਨੂੰ ਮਾਫੀ ਨਹੀਂ ਆਈ, ਕੋਈ ਮੈਨੂੰ ਮੁਆਵਜ਼ਾ ਨਹੀਂ ਮਿਲਿਆ। ਫਿਰ ਮੈਨੂੰ ਗੌਰਮੈਂਟ ਕਹਿੰਦੀ ਉੱਥੇ ਲਿਫਟ ਮਾਫ ਕਰਾਂਗੇ, ਕੁਲਵੰਤ ਸਿੰਘ ਦਾ ਮੁਆਵਜ਼ਾ ਦੇਵਾਂਗੇ, ਕੋਈ ਮੁਆਵਜ਼ਾ ਨਹੀਂ ਮਿਲਿਆ। ਕਹਿੰਦੇ ਬੇਟੇ ਦਾ ਤਾਂ ਮਿਲਣਾ ਨਹੀਂ, ਕਿਉਂਕਿ ਪਿਓ ਵਾਲਾ ਹੀ ਕਰਜ਼ਾ ਪੁੱਤ ਦੀ ਸਿਰ ਸੀ। ਚਾਹੇ ਮੈਂ ਪੈਸਿਆਂ ਨੂੰ ਕਰਾਂ, ਮੇਰੇ ਜਦੋਂ ਘਰੋਂ ਬੰਦੇ ਹੀ ਚਲੇ ਗਏ, ਵੀ ਜਿੰਨੀ ਕੁ ਗੌਰਮੈਂਟ ਹੋਰ ਲੋਕਾਂ ਦੀਆਂ ਕਿਵੇਂ ਮਾਫੀਆਂ ਕਰੀ ਜਾਂਦੀ ਆ, ਮੇਰਾ ਗੌਰਮੈਂਟ ਨੇ ਭੋਰਾ ਸਾਥ ਨਹੀਂ ਦਿੱਤਾ ਵੀਰ ਜੀ। ਇੱਕ ਮੈਂ ਬੁੜੀ ਹੋਣ ਦੇ ਨਾਤੇ ਤੇ ਨਹੀਂ ਮੇਰਾ ਮਾਫ ਕਰਿਆ ਕਿਸੇ ਨੇ। ਮਾਤਾ ਮੌਤ ਤੋਂ ਬਾਅਦ ਬੈਂਕ ਦਾ ਕਰਜ਼ਾ ਵੱਧਦਾ ਜਾਂਦਾ, ਜ਼ਮੀਨ ਤੁਹਾਡੇ ਕੋਲੇ ਹੈ ਨਹੀਂ, ਫਿਰ ਤੁਸੀਂ ਦੱਸਦੇ ਹੋ ਦੁੱਧ ਪਾ ਕੇ ਤੁਸੀਂ ਕਰਜ਼ ਲਾਉਂਦੇ ਹੋ। ਬੈਂਕ ਵਾਲੇ ਤੰਗ ਤਾਂ ਨਹੀਂ ਕਰਦੇ, ਬੁਲਾਉਂਦੇ ਤਾਂ ਨਹੀਂ, ਸਾਦੇ ਤਾਂ ਨਹੀਂ, ਚਿੱਠੀਆਂ ਤਾਂ ਨਹੀਂ ਕੱਢਦੇ? ਨਹੀਂ ਵੀਰਾ, ਉਹਦੀ ਚਿੱਠੀ ਇੱਕ ਵਾਰੀ ਕੱਢੀ ਸੀ, ਫਿਰ ਮੈਂ DC ਡਾਕਟਰ ਕਮਿਸ਼ਨ ਦੇ ਗਈ। ਉਸ ਤੋਂ ਬਾਅਦ ਵੀਰ ਜੀ ਲੋਕਡਾਊਨ ਹੋ ਗਿਆ, ਫਿਰ ਨਹੀਂ ਮੈਨੂੰ ਉਹਨੇ ਕਿਹਾ। ਉਹ ਕਹਿੰਦੇ ਮਾਤਾ ਇਹ ਵਿਆਜ ਤੈਨੂੰ ਪਈ ਜਾਂਦਾ, ਵੀ ਮਾਫੀ ਤਾਂ ਤੇਰੀ ਤਾਂ ਹੋਊਗੀ ਵੀ ਜੇ ਤੇਰੇ ਅਕਾਊਂਟ 'ਚ ਪੈਸੇ ਹੋਣ, ਸਰਕਾਰ ਨੇ ਪਾਏ। ਮੈਨੂੰ ਉੱਥੇ ਕਹਿੰਦੇ ਵੀ ਅੱਜ ਤੋਂ ਆਉਂਦੇ ਨਹੀਂ, ਮਾਫ ਕਰਤਾ। ਯਾਨੀ ਕਰਜ਼ਾ ਭਰਨਾ ਹੀ ਪਊਗਾ। ਹਾਂ ਵੀਰਾ, ਕਰਜ਼ਾ ਤਾਂ ਭਰਨਾ ਪਊ, ਜੋ ਸਰਕਾਰ ਨੇ ਮਾਫ ਹੀ ਨਹੀਂ ਕਰਿਆ ਵੀਰਾ। ਮਾਤਾ ਅਸੀਂ ਵੀ ਦੇਖਿਆ ਸੀ, ਸਿਆਸੀ ਲੀਡਰ ਉਦੋਂ ਆਏ ਸੀ, 70 ਤੇ ਬੈਠੇ ਸੀਗੇ, ਤੁਸੀਂ ਤਾਂ ਚਲੋ ਉਹ ਹਾਲਾਤਾਂ 'ਚ ਨਹੀਂ ਸੀ ਕਿ ਗੱਲਬਾਤ ਨਹੀਂ ਪਤਾ ਲੱਗਦਾ ਸੀ ਉਸ ਦਿਨ ਵੀ ਕੀ ਹੋ ਰਿਹਾ, ਪਰ ਕੋਈ ਵੀ ਲੀਡਰ ਕੁਛ ਦੇ ਕੇ ਨਹੀਂ ਗਿਆ। ਜੇ ਉਹ 5-5 4-4 ਲੱਖ ਦੇਣ ਦੇ ਤੁਹਾਡਾ ਕਰਜ਼ਾ ਲੈ ਜਾਣਾ ਸੀ। ਨਾ ਵੀਰਾ, ਇੰਨੇ ਕਿੱਥੇ ਕੋਈ ਦੇ ਕੇ ਜਾਂਦਾ ਵੀਰਾ। ਨਾ ਨਾ, ਕਿਸੇ ਲੀਡਰ ਨੇ ਨਹੀਂ ਵੀਰਾ ਪੈਸੇ ਪਤਾ ਦਿੱਤੇ ਸਾਨੂੰ। ਸਰਕਾਰੀ ਨੁਮਾਇੰਦਾ ਤੁਹਾਡੇ ਤੱਕ ਕੋਈ ਅਫਸਰ ਜਾਂ ਕੋਈ ਹੋਰ ਨਹੀਂ ਪਹੁੰਚਿਆ ਕਿ ਤੁਹਾਡਾ ਕਿੰਨਾ ਕਰਜ਼ਾ ਬਣਦਾ? ਇੰਨੇ ਪਰਿਵਾਰ ਦੀ ਖੁਦਕੁਸ਼ੀ ਕਰ ਗਏ ਮੈਂਬਰ। ਸਾਡੇ ਚੰਡੀਗੜ੍ਹ ਤੋਂ ਬਹੁਤ ਲਿਖ ਲਗਾਏ ਆ, ਬਹੁਤ ਕਾਗਜ਼ ਬਣਾਏ, ਬਹੁਤ ਖੇਤੀਬਾੜੀ ਮਹਿਕਮੇ ਵਾਲੇ ਮੈਂਬਰ ਸਰਪੰਚਾਂ ਦੀਆਂ ਹੀ ਫੋਟੋਆਂ ਲੱਗੀਆਂ। ਸਾਲ ਭਰ ਆਉਂਦੇ ਰਹੇ ਆ, ਲੋਕਡਾਊਨ ਤੋਂ ਹਟ ਗਏ ਆ। ਹੁਣ ਫੇਰ ਮੇਰੇ ਵੀਰ ਤੁਸੀਂ ਚੌਥੇ ਜਾਣੇ ਹੋ ਵੀਰਾ, 3 ਪਹਿਲਾਂ ਇਦੋਂ ਵੀਡੀਓ ਬਣਾ ਕੇ ਭੈਣੇ, ਪਰ ਹੋਰ ਬਹੁਤ ਸਾਰੀਆਂ ਸਰਕਾਰੀ ਸਕੀਮਾਂ, ਤੁਹਾਨੂੰ ਕਿਹੜੀਆਂ ਸਰਕਾਰੀ ਸਕੀਮਾਂ ਦਾ ਲਾਭ ਮਿਲਦਾ? ਸਾਨੂੰ ਕਿਸੇ ਦਾ ਨਹੀਂ ਵੀਰਾ, ਕੋਈ ਸਕੀਮ ਨਹੀਂ ਸਾਡੇ ਕੋਲੇ ਤਾਂ। ਭੈਣੇ ਪਰ ਨੀਲੇ ਕਾਰਡ ਬਣਦੇ ਆ, ਮੈਂ ਤੁਹਾਨੂੰ ਦੱਸਦਾ, ਮੈਨੂੰ ਇਹਨਾਂ 'ਚ ਦੱਸੋ ਜ਼ਰੂਰ ਕੁਝ ਬਣਿਆ? ਨੀਲੇ ਕਾਰਡ ਬਣਦੇ ਆ, ਪੈਨਸ਼ਨ, ਵਿਧਵਾ ਪੈਨਸ਼ਨ ਲੱਗਦੀ ਆ। ਉਹ ਲੱਗੀ ਵੀ ਆ ਵੀਰਾ ਸਾਡੀ, ਬਸ ਵਿਧਵਾ ਪੈਨਸ਼ਨ ਮਿਲਦੀ ਆ, ਨੀਲਾ ਕਾਰਡ ਸਾਨੂੰ ਕੋਈ ਨਹੀਂ ਮਿਲਿਆ। ਸਰਕਾਰ ਵੱਲੋਂ ਆਰਡਰ ਆ ਕਿ ਜਿਹੜਾ ਛੋਟਾ ਕਿਸਾਨ ਆ ਉਹਦਾ ਨਰੇਗਾ ਦਾ ਕਾਰਡ ਬਣ ਜਾਂਦਾ। ਛੋਟਾ ਕਿਸਾਨ ਆਪਣੇ ਖੇਤਾਂ 'ਚ ਕੰਮ ਕਰਕੇ ਸਰਕਾਰ ਤੋਂ ਪੈਸੇ ਲੈ ਸਕਦਾ। ਤੁਹਾਡਾ ਨਰੇਗਾ ਕਾਰਡ ਬਣਿਆ? ਨਾ ਨਾ ਵੀਰਾ, ਸਾਡਾ ਤਾਂ ਬਣਿਆ ਵਾ ਨਹੀਂ ਵੀਰਾ। ਨੀਲਾ ਕਾਰਡ ਕਿਉਂ ਨਹੀਂ ਬਣਿਆ ਤੁਹਾਡਾ, ਜੋ ਸਰਕਾਰ ਬਣਾ ਕੇ ਦਿੰਦੀ ਆ, ਕਣਕ ਦਾਲਾਂ ਦਿੰਦੀ ਆ? ਬਹੁਤ ਵਾਰੀ ਫਾਰਮ ਭਰਿਆ ਸੀ, ਤਾਂ ਸਾਨੂੰ 10 ਸਾਲ ਹੋ ਗਏ ਫਿਰਦਿਆਂ ਨੂੰ, ਫਾਰਮ ਭਰਦਿਆਂ ਨੂੰ। ਸਾਡਾ ਬਣ ਕੇ ਹੀ ਨਹੀਂ ਆਉਂਦਾ ਵੀਰਾ, ਪਤਾ ਨਹੀਂ ਕੀ ਹੋ ਜਾਂਦਾ। ਚਲੋ ਤੁਸੀਂ ਕਰਜ਼ਾ ਲਾਈ ਜਾਂਦੇ ਆ, ਕੁਛ ਤਾਂ ਕਰਜ਼ੇ ਦੀ ਰਕਮ ਘਟੀ ਹੋਊਗੀ ਦੁੱਧ ਪਾਉਣ ਦੇ ਨਾਲ ਜੋ। ਹਾਂ ਵੀਰਾ, ਮੈਂ ਅੱਗੇ ਨੂੰ ਜਿਹੜਾ 80,000 ਲਿਆ ਸੀ, 40,000 ਰੁਪਇਆ ਮੇਰੇ ਬੇਟੇ ਨੇ ਹੀ ਲਿਆ ਸੀਗਾ। ਬਸ 15ਵੇਂ ਦਿਨ ਮੇਰੇ ਬੇਟੇ ਦੀ ਮੌਤ ਹੋ ਗਈ। ਉਦੋਂ ਬਾਅਦ ਵੀਰਾ ਮੈਨੂੰ 9 ਕਿਸ਼ਤਾਂ ਭਰਤੀਆਂ ਮੈਂ। ਹੁਣ ਕਰਜ਼ਾ ਸਾਰਾ ਕਿੰਨਾ ਕੁ ਦੇਣਾ ਜੀ, ਜਿਹੜਾ ਬੈਂਕ ਦਾ ਹੈਗਾ, ਲੋਨ ਆ, ਆੜਤੀਏ ਦਾ? ਵੀਰਾ ਮੇਰੇ ਕੋਲੇ 6-7 ਲੱਖ ਰੁਪਈਆ ਵੀਰਾ ਮੇਰੇ ਸਿਰ। ਜ਼ਮੀਨ ਕਿੰਨੀ ਆ ਜੀ? 7 ਕਨਾਲਾਂ? ਹਾਂ ਵੀਰਾ। ਤੇ ਮਾਤਾ ਲੜਕੀ ਦੇ ਵਿਆਹ ਦੀ ਵੀ ਗੱਲ ਹੁੰਦੀ ਸੀ ਕਿ ਲੜਕੀ ਦੇ ਵਿਆਹ ਤੇ ਦੇ ਦਾਂਗੇ ਜਾਂ ਪਹਿਲਾਂ ਦੇ ਦਾਂਗੇ, ਉਹ ਪੈਸਾ ਦੇਣ ਦੀ ਕਿਹਨੇ ਗੱਲ ਕੀਤੀ ਸੀ? ਉਦੋਂ ਤਾਂ ਵੀਰਾ ਭਗਵੰਤ ਮਾਨ ਨੇ ਕਿਹਾ ਸੀ ਵੀ ਉਦੋਂ ਮੈਂ ਮਦਦ ਕਰ ਦੂੰਗਾ। ਹੁਣ ਲੜਕੀ ਦਾ ਵਿਆਹ ਤਾਂ ਕਰਾਂ ਵੀਰਾ ਜੇ ਪਹਿਲਾਂ ਮੂਹਰੋਂ ਆਪਦਾ ਇਹ ਲੋਟ ਹੋਵੇ। ਭਗਵੰਤ ਮਾਨ ਕਦੇ ਫੇਰ ਆਇਆ ਜੀ ਦੁਬਾਰਾ ਮੁੜ ਕੇ? ਨਾ ਨਾ ਵੀਰ ਜੀ, ਮੁੜ ਕੇ ਤਾਂ ਨਹੀਂ ਆਏ। ਮੁੜ ਕੇ ਨਹੀਂ ਆਇਆ? ਮੁੜ ਕੇ ਤਾਂ ਕੋਈ ਵੀ ਨਹੀਂ ਆਇਆ ਵੀਰ ਜੀ ਲੀਡਰ। ਬਹੁਤ ਔਖਾ ਭੈਣੇ, ਘਰ ਦੇ ਵਿੱਚ ਤੁਸੀਂ ਔਰਤਾਂ ਰਹਿ ਗਈਆਂ, ਬੱਚੀ ਆ, ਮਾਤਾ ਕਹਿੰਦੀ ਦੂਜੀ ਨੂੰਹ ਦੇ ਵੀ ਜਿਹੜਾ ਘਰ ਵਾਲਾ ਚਲਾ ਗਿਆ, ਉਹਨਾਂ ਦਾ ਬੇਟਾ, ਉਹਦੀ ਵੀ ਮੌਤ ਹੋ ਗਈ, ਇਹਦੀ ਵੀ ਮੌਤ ਹੋ ਗਈ। ਉਹ ਕਹਿੰਦੀ ਮੈਂ ਸੰਨ ਵਿਚਾਲਿਆ ਕੀ ਕਰਾਂ? ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ ਜੀ? ਬਸ ਗੁਜ਼ਾਰਾ ਕੀ ਵੀਰਾ, ਪਸ਼ੂਆਂ ਦਾ ਦੁੱਧ ਪਾ ਕੇ ਗੁਜ਼ਾਰਾ ਕਰ ਲੈਂਦੇ ਹਾਂ, ਬਸ ਇਹਦੇ ਵਿੱਚੋਂ ਹੀ
ਕੱਖ ਪਾ ਕੇ। ਹੋਰ ਤਾਂ ਵੀਰਾ ਹੁਣ ਕੋਈ ਗੁਜ਼ਾਰਾ ਹੀ ਨਹੀਂ, ਹੋਰ ਤਾਂ ਕਿਤੋਂ ਪੈਸੇ ਹੀ ਨਹੀਂ ਬਣਦਾ। ਬਿਲਕੁਲ ਜੀ, ਬਹੁਤ ਔਖਾ ਹੈ, ਕੋਈ ਗੁਜ਼ਾਰੇ ਦਾ ਸਾਧਨ ਨਹੀਂ। ਜ਼ਮੀਨ 7 ਕਨਾਲਾਂ, ਉਹਦੇ 'ਚ ਕਿੰਨੀ ਕੁ ਖੇਤੀ ਹੁੰਦੀ ਆ। ਜਿਹੜੇ ਖੇਤੀ ਨਾਲ ਸੰਬੰਧਿਤ ਕਿਸਾਨ ਆ ਜਾਂ ਜਾਣਕਾਰੀ ਰੱਖਦੇ ਆ, ਉਹ ਭਲੀ ਭਾਂਤ ਜਾਣਦੇ ਆ, ਉਹਨਾਂ ਨੂੰ ਸਭ ਪਤਾ ਹੈ ਕਿ ਇਹ 7 ਕਨਾਲਾਂ 'ਚੋਂ ਕਿੰਨਾ ਕੁ ਕਮਾ ਸਕਦੇ ਆ, ਕਿੰਨਾ ਕੁ ਜੋੜ ਸਕਦੇ ਆ, ਕਿੰਨਾ ਕੁ ਧਨ ਉਹਦੇ 'ਚੋਂ ਕਮਾਇਆ ਜਾ ਸਕਦਾ ਹੈ। ਪਰਿਵਾਰ ਦੇ 5 ਜੀ ਚਲੇ ਗਏ। ਇਸ ਘਰ ਦੇ ਵਿੱਚ ਹੱਸਦਾ ਖੇਡਦਾ ਪਰਿਵਾਰ ਸੀ, ਖੁਸ਼ੀਆਂ ਮਾਣਦਾ ਸੀ ਪਰਿਵਾਰ, ਪਰ ਇਸ ਘਰ 'ਚੋਂ 5 ਅਰਥੀਆਂ ਚਲੀਆਂ ਗਈਆਂ। ਘਰ ਅੱਜ ਖਾਣ ਨੂੰ ਆਉਂਦਾ ਹੈ, ਔਰਤਾਂ ਰਹਿ ਰਹੀਆਂ। ਇਸ ਲਵਪ੍ਰੀਤ ਦੀ ਭੈਣ, ਇਸ ਭੈਣ ਦੀ ਬੱਚੀ, ਉਹ ਰਹਿ ਰਹੀ ਹੈ ਭੈਣ, ਉਸ ਦਾ ਵਿਆਹ ਕਰਨਾ, ਉਹ ਵੀ ਮੁਟਿਆਰ ਆ, ਪਰਿਵਾਰ ਕੋਲ ਕੁਛ ਨਹੀਂ ਆ। ਸਰਕਾਰਾਂ ਤੋਂ ਕੋਈ ਆਸ ਨਹੀਂ। ਲੀਡਰ ਆਉਂਦੇ ਜ਼ਰੂਰ ਹੈ, ਸਿਰ ਪਲੋਸ ਕੇ ਚਲੇ ਗਏ, ਮੁੜ ਕੇ ਭੁੱਲ ਗਏ, ਪਤਾ ਨਹੀਂ ਕਿਉਂ। ਉਦੋਂ ਸ਼ਾਇਦ ਉਹਨਾਂ ਲਈ ਇਹ ਮੌਤਾਂ ਗਰਮ ਮੁੱਦਾ ਸੀ, ਸਿਆਸੀ ਲੀਡਰਾਂ ਲਈ ਇਹ ਮੌਤਾਂ ਗਰਮ ਮੁੱਦਾ ਸੀ, ਤਾਂ ਉਹ ਆ ਕੇ ਇੱਥੇ ਇਹਨਾਂ ਦੇ ਸੱਥਰ 'ਤੇ ਬੈਠੇ, ਇਹਨਾਂ ਦਾ ਸਿਰ ਪਲੋਸ ਕੇ ਗਏ, ਕਹਿ ਕੇ ਗਏ ਕਿ ਅਸੀਂ ਤੁਹਾਡੇ ਨਾਲ ਹਾਂ, ਕਰਜ਼ਾ ਮਾफ़ ਕਰਾਂਗੇ। ਪਰ ਕਰਜ਼ਾ ਮਾफ़ ਕਿਹਦਾ ਕੀਤਾ? ਇਸ ਪਰਿਵਾਰ ਤੱਕ ਚਿੱਠੀਆਂ ਪਹੁੰਚਦੀਆਂ ਬੈਂਕ ਦੀਆਂ, ਪਰਿਵਾਰ ਨੂੰ ਬੁਲਾਇਆ ਜਾਂਦਾ ਬੈਂਕ 'ਚ, ਪਰਿਵਾਰ ਅੱਜ ਵੀ ਉਹ ਕਿਸ਼ਤਾਂ ਭਰ ਰਿਹਾ। ਸਾਡੇ ਕੈਪਟਨ ਸਾਹਿਬ ਦਿੰਦੇ ਨੇ 5-5 ਲੱਖ ਰੁਪਈਆ, ਉਹ ਟਿਕਟੌਕ ਚਲਾਉਣ ਵਾਲੀਆਂ ਟੀਮਾਂ ਨੂੰ ਦਿੰਦੇ ਨੇ, ਜਿਹੜੇ ਟਿਕਟੌਕ ਚਲਾ ਕੇ ਲੋਕਾਂ ਨੂੰ ਹਸਾਉਂਦੇ ਨੇ, ਉਹਨਾਂ ਪਰਿਵਾਰਾਂ ਨੂੰ 5-5 ਲੱਖ ਰੁਪਏ ਕੈਪਟਨ ਸਾਹਿਬ ਦਿੰਦੇ ਨੇ, ਹੋਰ ਪਰਿਵਾਰਾਂ ਨੂੰ ਦਿੰਦੇ ਨੇ। ਪਰ ਅਸੀਂ ਕਿਸੇ ਦਾ ਇਤਰਾਜ਼ ਨਹੀਂ ਕਰਦੇ, ਦੇਣ ਜੀ ਸਦਕੇ ਦੇਣ। ਪਰ ਐਸੇ ਪਰਿਵਾਰ ਸਰਕਾਰਾਂ ਕਿਉਂ ਭੁੱਲ ਜਾਂਦੀਆਂ? ਐਸੇ ਸਰਕਾਰਾਂ ਨੂੰ, ਸਾਡੇ ਲੀਡਰਾਂ ਨੂੰ, ਸਿਆਸੀ ਲੀਡਰਾਂ ਤੋਂ ਅੱਖਾਂ ਤੋਂ ਕਿਉਂ ਪਰੋਖੇ ਨੇ ਪਰਿਵਾਰ? ਕਿਉਂ ਅੱਖਾਂ ਤੋਂ ਦੂਰ ਨੇ? ਕਿਉਂ ਨਹੀਂ ਇਹਨਾਂ ਪਰਿਵਾਰਾਂ ਦਾ ਥੋੜ੍ਹਾ ਕਰਜ਼ਾ ਮਾफ़ ਕੀਤਾ ਜਾਂਦਾ? ਬਹੁਤ ਵੱਡੀ ਗੱਲ ਹੈ। ਜੇ ਇਸ ਪਰਿਵਾਰ ਕੋਲ 6 ਲੱਖ ਰੁਪਏ ਹੁੰਦਾ ਤੇ ਅੱਜ ਇਹ ਬੱਚੇ ਨੇ ਜਿਉਂਦਾ ਹੋਣਾ ਸੀ। ਲਵਪ੍ਰੀਤ ਨੇ ਮੌਤ ਨੂੰ ਗਲੇ ਨਹੀਂ ਲਾਉਣਾ ਸੀ। ਅਸੀਂ ਕੋਈ ਆਪਰੇਸ਼ਨ ਕਰਵਾਉਂਦੇ ਹਾਂ, ਅਸੀਂ ਲੱਤ ਬਾਂਹ ਕੱਟੀ ਗਈ ਤਾਂ ਲੱਖਾਂ ਰੁਪਏ ਹੌਸਪੀਟਲਾਂ 'ਚ ਲੱਗਦਾ ਹੈ। ਇੱਕ ਹੱਥ ਲਵਾਉਣ ਲਈ ਲੱਖਾਂ ਰੁਪਏ ਹੌਸਪੀਟਲ 'ਚ ਡਾਕਟਰ ਲੈਣਗੇ, ਆਪਰੇਸ਼ਨ ਕਰਨਗੇ, ਪਰ ਪਹਿਲਾਂ ਵਰਗਾ ਅੰਗ ਸਾਡਾ ਨਹੀਂ ਮਿਲਣਾ। ਪਰ ਇੱਕ ਐਡਾ ਵੱਡਾ ਇਨਸਾਨ, 6 ਫੁੱਟਾ ਨੌਜਵਾਨ ਗੱਭਰੂ, ਜਿਹਦੀ ਕੀਮਤ ਸਿਰਫ 6 ਲੱਖ ਰੁਪਏ, ਜੇ ਇਸ ਪਰਿਵਾਰ ਕੋਲ 6 ਲੱਖ ਰੁਪਏ ਹੁੰਦਾ ਤੇ ਉਸ ਨੌਜਵਾਨ ਨੇ ਕਦੇ ਖੁਦਕੁਸ਼ੀ ਨਹੀਂ ਕਰਨੀ ਸੀ, ਇਸ ਪਰਿਵਾਰ 'ਚ ਉਹਨੇ ਜੀਵਤ ਰਹਿਣਾ ਸੀ। ਪਰ ਕਿੱਡੀ ਸ਼ਰਮ ਵਾਲੀ ਗੱਲ ਹੈ, ਸਾਡੀਆਂ ਸਰਕਾਰਾਂ ਕਹਿੰਦੀਆਂ ਕਿ ਅਸੀਂ ਕਰਜ਼ਾ ਮਾफ़ ਕਰ ਦਾਂਗੇ ਜਾਂ ਕਰਜ਼ਾ ਮਾफ़ ਕਰਤਾ, ਇੰਨੇ ਹਜ਼ਾਰ ਕਰੋੜ ਕਰਜ਼ਾ ਮਾफ़ ਕਰਤਾ। ਪਰ ਐਸੇ ਪਰਿਵਾਰ ਹੋਰ ਕਿੰਨੇ ਨੇ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਖੁਦਕੁਸ਼ੀ ਕਰ ਗਏ, ਜੋ ਲੋੜਵੰਦ ਨੇ, ਜਿਨ੍ਹਾਂ ਕੋਲ ਜ਼ਮੀਨ ਨਹੀਂ, ਜੋ ਬੇਰੁਜ਼ਗਾਰ ਨੇ, ਉਹਨਾਂ ਦੇ ਪਰਿਵਾਰ ਅੱਜ ਤਰਾ ਕਰਦੇ ਨੇ, ਪਰਿਵਾਰ ਰੋ ਰਹੇ ਨੇ, ਪਰਿਵਾਰਾਂ ਦੇ ਘਰ ਉਹਨਾਂ ਨੂੰ ਖਾਣ ਨੂੰ ਆ ਰਹੇ ਨੇ। ਬਹੁਤ ਵੱਡੀ ਗੱਲ ਹੈ। ਇੱਕ ਘਰ 'ਚੋਂ 5 ਅਰਥੀਆਂ ਉੱਠਣੀਆਂ, 5 ਪਰਿਵਾਰਕ ਮੈਂਬਰਾਂ ਨੇ ਖੁਦਕੁਸ਼ੀ ਕਰਨੀ। ਮਾਤਾ ਕਹਿੰਦੀ ਕਿ ਅਸੀਂ ਮਰ ਕੇ ਜਿਉਂਦੇ ਹਾਂ। ਬਹੁਤ ਔਖਾ ਇਹ ਸ਼ਬਦ ਕਹਿਣਾ, ਸੌਖਾ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ ਜੀ। ਪਰਿਵਾਰ ਦੀ ਮਦਦ ਸਰਕਾਰ ਨੇ ਨਹੀਂ ਕੀਤੀ, ਪਰਿਵਾਰ ਨੂੰ ਸਰਕਾਰ ਤੋਂ ਆਸ ਵੀ ਨਹੀਂ ਰਹੀ, ਕਿਉਂਕਿ ਚੰਡੀਗੜ੍ਹ ਤੱਕ ਧੱਕੇ ਖਾ ਲਏ, ਸਿਆਸੀ ਲੀਡਰਾਂ ਦੇ ਦਰਾਂ 'ਤੇ ਜਾ ਵੜੇ, DC ਸਾਹਿਬ ਕੋਲੇ ਜਾ ਵੜੇ, ਬੈਂਕਾਂ 'ਚ ਜਾ ਕੇ ਫਰਿਆਦ ਕਰ ਲਈ, ਪਰ ਕਿਸੇ ਨੇ ਸੁਣੀ ਨਹੀਂ। ਕੋਈ ਕਰਜ਼ਾ ਮਾफ़ ਕਰਨ ਦੀ ਫਾਈਲਾਂ ਬਣਦੀਆਂ ਜ਼ਰੂਰ ਹੈ, ਪਰ ਫਾਈਲਾਂ ਇੱਥੋਂ ਘਰ ਤੋਂ ਸਟਾਰਟ ਹੋ ਕੇ ਦਫ਼ਤਰ 'ਚ ਜਾ ਕੇ ਬੰਦ ਹੋ ਜਾਂਦੀਆਂ। ਕੀ ਕਹਿੰਦੀ ਹੈ ਭੈਣ, ਇੱਕ ਵਾਰ ਫਿਰ ਸੁਣਦੇ ਕੀ ਕਹਿੰਦੇ? ਜਿਹੜੇ ਆਪਦੇ 2 ਪੈਸੇ ਆ ਵੀਰਾ, ਉਹ ਵੀ ਕੋਲੋਂ ਲੱਗ ਜਾਂਦੇ ਆ, ਫਾਈਲ ਬਣਾਉਂਦੇ ਆ, ਕਾਗਜ਼ ਉਹਨਾਂ ਦੇਣਾ ਕਰਨਾ, ਕਿਸੇ ਨੇ ਕਿਸ ਸਕਦੀ 4 ਪੈਸੇ ਆਪਦੇ ਕੋਲੇ ਹੁੰਦੇ ਆ, ਉਹ ਵੀ ਲੱਗ ਜਾਂਦੇ ਨੇ। ਬਿਲਕੁਲ ਜੀ ਭੈਣ, ਕਿਸੇ ਨੇ ਕੁਛ ਨਹੀਂ। ਬਿਲਕੁਲ ਜੀ, ਦੇਣਾ ਲੈਣਾ ਕਿਸੇ ਨੇ ਕੁਛ ਨਹੀਂ, ਆਸਾਂ ਨਹੀਂ ਆ ਬਚੀਆਂ, ਕੋਈ ਆਸ ਬਚੀ ਨਹੀਂ, ਕਿਉਂਕਿ ਜੋ ਪਰਿਵਾਰ ਕੋਲੇ ਪੈਸੇ ਸੀ ਉਹ ਖਰਚੀ ਕਰੀ ਜਾਂਦੇ, ਉੱਪਰ ਹੋਰ ਖਰਚਾ ਹੋ ਜਾਂਦਾ। ਜਦੋਂ ਕੋਈ ਫਾਈਲ ਭਰੀ ਜਾਂਦੀ ਆ ਤੇ ਇਹਨਾਂ ਤੋਂ ਪੈਸੇ ਹੋਰ ਲਏ ਜਾਂਦੇ ਆ, ਫਾਈਲ ਘਰ ਤੋਂ ਚੱਲਦੀ ਆ ਤੇ ਦਫ਼ਤਰ 'ਚ ਜਾ ਕੇ ਬੰਦ ਹੋ ਜਾਂਦੀ ਆ। ਪਤਾ ਨਹੀਂ ਸਾਡੇ ਕੈਪਟਨ ਸਾਹਿਬ ਕੋਲੇ, ਸਾਡੀ ਸਰਕਾਰ ਕੋਲੇ, ਸਾਡੇ ਅਧਿਕਾਰੀਆਂ ਕੋਲ, ਸਾਡੇ ਮੰਤਰੀਆਂ ਕੋਲ, ਸਾਡੇ ਲੀਡਰਾਂ ਕੋਲ ਉਹ ਫਾਈਲਾਂ ਕਿਉਂ ਨਹੀਂ ਪਹੁੰਚਦੀਆਂ? ਕਿਉਂ ਨਹੀਂ ਉਹਨਾਂ ਲੀਡਰਾਂ ਨੂੰ ਇਹ ਪਰਿਵਾਰ ਦਿਸਦਾ? ਕਿਉਂ ਨਹੀਂ ਉਹਨਾਂ ਨੂੰ ਪਤਾ ਲੱਗਦਾ? ਜਦੋਂ ਇਸ ਨੌਜਵਾਨ ਨੇ ਖੁਦਕੁਸ਼ੀ ਕੀਤੀ ਸੀ ਤਾਂ ਸਾਡੇ ਸਿਆਸੀ ਲੀਡਰਾਂ ਲਈ, ਸਾਡੀਆਂ ਸਰਕਾਰਾਂ ਲਈ ਇਹ ਗਰਮ ਮੁੱਦਾ ਸੀ। ਉਦੋਂ ਦਿਲਾਸੇ ਜ਼ਰੂਰ ਪਰਿਵਾਰ ਨੂੰ ਦਿੱਤੇ ਗਏ, ਸਿਰਫ ਦਿਲਾਸੇ ਰਹੇ, ਝੂਠੇ ਲਾਰੇ ਰਹੇ, ਝੂਠੇ ਵਾਅਦੇ ਰਹੇ, ਝੂਠੇ ਦਾਅਵੇ ਰਹੇ, ਪਰ ਦਿੱਤਾ ਪਰਿਵਾਰ ਨੂੰ ਕੁਛ ਨਹੀਂ। 6 ਲੱਖ ਰੁਪਏ ਕਰਜ਼ਾ, ਪਰਿਵਾਰ ਅੱਜ ਜਿਉਂਦਾ ਹੈ ਮਰ ਕੇ, ਨਾ ਜਿਉਂਦਿਆਂ 'ਚ ਨਾ ਮਰਿਆਂ 'ਚ। ਪਰਿਵਾਰ ਦੇ ਘਰ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ ਹੈ। ਤਾਂ ਦਰਸ਼ਕੋ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤੁਸੀਂ ਇਸ ਪਰਿਵਾਰ ਦੀ ਕਹਾਣੀ ਸੁਣ ਦੇਖ ਰਹੇ ਹੋ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ, ਸਰਕਾਰ ਦੀ ਆਸ ਨਹੀਂ ਹੈ ਬਚੀ ਇਸ ਪਰਿਵਾਰ ਨੂੰ, ਸਰਕਾਰ ਤੋਂ ਕੋਈ ਆਸ ਨਹੀਂ ਬਚੀ।
ਪਰ ਅਸੀਂ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਦਰਸ਼ਕ ਹਮਦਰਦ ਟੀਵੀ ਰਾਹੀਂ ਇਸ ਪਰਿਵਾਰ ਨੂੰ ਦੇਖ ਰਹੇ ਆ, ਉਹ ਇਸ ਪਰਿਵਾਰ ਦੀ ਬਾਂਹ ਜ਼ਰੂਰ ਫੜਨਗੇ, ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨਗੇ। ਜਿਹੜਾ ਵੀ ਕੋਈ ਵੀਰ ਇਸ ਪਰਿਵਾਰ ਦੀ ਬਾਂਹ ਫੜਨਾ ਚਾਹੁੰਦਾ, ਜਿਹੜਾ ਵੀ ਵੀਰ ਇਸ ਪਰਿਵਾਰ ਨਾਲ ਕੋਈ ਤਾਲਮੇਲ ਕਰਨਾ ਚਾਹੁੰਦਾ ਹੈ, ਤਾਲਮੇਲ ਵੀ ਉਹੀ ਭਰਾ ਕਰਿਓ ਜਿਹੜੇ ਇਸ ਪਰਿਵਾਰ ਦੇ ਨਾਲ ਖੜ ਸਕਦਾ ਹੈ। ਸਿਰਫ ਹਾਲ ਚਾਲ ਪੁੱਛਣ ਲਈ ਤਾਲਮੇਲ ਨਾ ਕਰਿਓ, ਕਿਉਂਕਿ ਪਰਿਵਾਰ ਪਹਿਲਾਂ ਹੀ ਬਹੁਤ ਦੁਖੀ ਹੈ, ਪਰਿਵਾਰ ਪਹਿਲਾਂ ਹੀ ਬਹੁਤ ਔਖਾ ਹੈ। ਪਰਿਵਾਰ ਨੂੰ ਅੱਜ ਉਹ ਸਾਰੇ ਜੀ ਯਾਦ ਆ ਰਹੇ ਆ ਕਿ ਜਿਹੜੇ ਇੱਥੋਂ ਅਰਥੀਆਂ ਬਣ ਕੇ, ਮੋਢਿਆਂ 'ਤੇ ਅਰਥੀਆਂ ਬਣ ਕੇ ਗਏ ਆ। 6 ਫੁੱਟ ਗੱਭਰੂ ਇੱਥੋਂ ਅਰਥੀ ਬਣ ਕੇ ਚਲਾ ਗਿਆ। ਕੀ ਕਰੇ ਪਰਿਵਾਰ? ਅੱਜ ਪਰਿਵਾਰ ਕੋਲ ਕੁਝ ਨਹੀਂ ਹੈ। ਪਰਿਵਾਰ ਦੇ ਪੱਲੇ ਰੋਣਾ ਪਛਤਾਉਣਾ ਰਹਿ ਗਿਆ। ਪਰਿਵਾਰ ਕੋਸਦਾ ਸਰਕਾਰਾਂ ਨੂੰ, ਸਰਕਾਰ ਦੇ ਕੀਤੇ ਦਾਅਵਿਆਂ ਨੂੰ, ਵਾਅਦਿਆਂ ਨੂੰ, ਅਤੇ ਉਹ ਸਿਆਸੀ ਲੀਡਰਾਂ ਦੀਆਂ ਗੱਲਾਂ ਯਾਦ ਕਰਕੇ ਪਰਿਵਾਰ ਅੱਜ ਅਤੇ ਆਪਣੇ ਪੁੱਤਰ ਨੂੰ, ਆਪਣੇ ਪਰਿਵਾਰਕ ਮੈਂਬਰਾਂ ਨੂੰ ਜੋ ਸੰਸਾਰ ਤੋਂ ਚਲੇ ਗਏ, ਉਹਨਾਂ ਨੂੰ ਯਾਦ ਕਰਕੇ ਰੋ ਰਿਹਾ। ਇੱਕ ਵਾਰ ਭੈਣ ਨਾਲ ਪੁੱਛਦੇ ਹਾਂ। ਭੈਣੇ, ਨੰਬਰ ਕਿੰਨਾ ਤੁਹਾਡਾ? 98785 81279। ਇੱਕ ਵਾਰ ਫਿਰ ਬੋਲੀ। 98785 81279। 98785 81279 ਇਸ ਭੈਣ ਦਾ ਨੰਬਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਪਰਿਵਾਰ ਦਾ ਦੁੱਖ ਜ਼ਰੂਰ ਸਮਝੋਗੇ, ਇਸ ਪਰਿਵਾਰ ਦੇ ਨਾਲ ਜ਼ਰੂਰ ਖੜੋਗੇ। ਸੋ ਦਰਸ਼ਕੋ, ਅੱਜ ਲਈ ਬਸ ਇੰਨੇ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।